अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, शेखुपुरा के इलाका भिक्की में हुई कत्ल की खौफनाक वारदात। बीवी ने अपने शौहर को उसके पार्टनर की मदद से बेदर्दी के साथ मौत के घाट उतार दिया। इसके पीछे वजूहात हैं क्या? उसने ये कत्ल की वारदात किस तरह से की, ये बताएंगे आज के प्रोग्राम तफ्तीशी में। नाजरीन, हम थाना भिक्की में मौजूद हैं जहां पर पुलिस ने एक ऐसे मुलजिम को गिरफ्तार किया है जिसने अपने ही बिजनेस पार्टनर शराकतदार को उसकी बीवी के साथ मिलकर बेदर्दी के साथ मौत के घाट उतार दिया। इसके पीछे वजूहात हैं क्या, उसी की जुबानी आपको सुनाते हैं। हाँ भी, की ना है? गुलाम रजा जी। गुलाम रजा, कितने रहना है? पिखी जी। पिखी रहना है? हाँ जी। सही है। बिलाल कौन सी? मेरा पार्टनर से जी कारोबार च। पार्टनर कदों तो पार्टनर सी तेरा? 3 साल ਤੋਂ ਤਕਰੀਬਨ। 3 ਸਾਲ ਪਹਿਲੇ? हाँ जी। ਦੋਸਤ ਸੀ ਪਹਿਲੇ? ਨਹੀਂ, ਕਮੇਟੀਆਂ ਇਕੱਠੀਆਂ ਕਰਦਾ ਸੀ, ਇਹਦੇ ਨਾਲ ਕਮੇਟੀਆਂ ਪਾਈਆਂ ਸਨ। ਇਹਦੇ ਨਾਲ ਕਮੇਟੀਆਂ ਪਾਈਆਂ ਸੀ ਕਿੰਨੇ ਅਰਸਾ ਪਹਿਲੇ? 3 ਸਾਲ ਪਹਿਲੇ ਕਮੇਟੀਆਂ ਸਨ ਇਹਦੇ ਨਾਲ, ਤੇ ਇਹਨੂੰ ਕਿਹਾ ਕਿ ਮੇਰੀਆਂ ਕਮੇਟੀਆਂ, ਇਹਨੇ ਕਿਹਾ ਕਿ ਰਲ ਕੇ ਕਾਰੋਬਾਰ ਕਰ ਲੈਂਦੇ ਆ। ਅੱਛਾ, ਕਮੇਟੀਆਂ ਕਿਹੜੀਆਂ ਪਾਈਆਂ ਸੀ? ਉਹ ਜਿਹੜੀਆਂ ਘਰ ਚ ਪਾਈਦੀਆਂ ਜਾਂ ਬਾਹਰ ਬਾਹਰ ਉਹ ਬੋਲੀ ਵਾਲੀ ਜੋ ਕਮੇਟੀ ਹੁੰਦੀ ਹੈ। ਬੋਲੀ ਵਾਲੀ ਕਮੇਟੀਆਂ? हाँ जी। ਅੱਛਾ, ਇਹਦੇ ਕੋ ਪਾਈਆਂ ਸੀ हाँ ਤੂੰ? जी, ਇਹਦੇ ਕੋਲ ਪਾਈਆਂ ਸੀ। ਠੀਕ ਹੈ, ਫਿਰ ਇਹਨੇ ਕੀ ਕਿਹਾ ਤੈਨੂੰ? ਇਹਨੇ ਕਿਹਾ ਤੇਰੀਆਂ ਕਮੇਟੀਆਂ ਦੇ ਪੈਸੇ ਮੇਰੇ ਕੋਲ ਹੈਗੇ ਨੇ, ਕੁਝ ਮੈਂ ਪਾਣਾ ਵਾ ਤੇ ਮਿਲ ਕੇ ਕਾਰੋਬਾਰ ਕਰ ਲੈਂਦੇ ਆ। ਠੀਕ ਹੈ, ਤੇ ਤੁਸੀਂ ਦੋਨਾਂ ਨੇ ਮਿਲ ਕੇ ਕਾਰੋਬਾਰ ਕਰ ਲਿਆ। ਕੀ ਕਾਰੋਬਾਰ ਕੀਤਾ? ਕਿਸ਼ਤਾਂ ਦੀ ਦੁਕਾਨ ਬਣਾਈ ਜੀ। ਕਿਸ਼ਤਾਂ ਦੀ ਦੁਕਾਨ? ਹਾਂਜੀ। ਤੇ ਸਹੀ ਚੱਲ ਰਹੀ ਸੀ? हाँ जी, ठीक। ਕਿੰਨੇ ਅਰਸਾ ਪਹਿਲੇ ਬਣਾਈ? 3 ਸਾਲ ਹੋ ਗਏ ਨੇ। ਕੀ ਕੀ ਕਿਸ਼ਤਾਂ ਦੇ ਵਿੱਚ ਦਿੰਦੇ ਸੀ? ਵਾਸ਼ਿੰਗ ਮਸ਼ੀਨ, ਟੀਵੀ, ਪੰਖੇ, ਇਹ ਚੀਜ਼ਾਂ। ਕਿੰਨੇ ਕਿੰਨੇ ਪੈਸੇ ਪਾ ਕੇ ਸ਼ੁਰੂ ਕੀਤਾ ਕਾਰੋਬਾਰ? ਕਿ ਜ਼ਿਆਦਾ ਉਹਦੇ ਸੀ? 30 ਲੱਖ ਰੁਪਏ ਨਾਲ ਸੀ, 2 ਜਣਿਆਂ ਮਿਲ ਕੇ ਕੀਤਾ ਸੀ। ਤੂੰ ਕਿੰਨੇ ਪਾਏ? 50-50 ਸਨ। 50-50 ਸੀ। ਠੀਕ ਹੈ, ਸ਼ੁਰੂ ਹੋ ਗਿਆ। ਫਿਰ ਅੱਗੇ ਕਿਵੇਂ ਚੱਲਦਾ ਰਿਹਾ ਸਿਸਟਮ? ਜੀ ਠੀਕ ਚੱਲਦਾ ਰਿਹਾ ਸਿਸਟਮ। ਠੀਕ ਚੱਲਦਾ ਰਿਹਾ? ਸਹੀ ਸੀ ਤੇਰੇ ਨਾਲੋਂ? ਹਾਂਜੀ। ਕੋਈ ਬੇਈਮਾਨੀ ਕਰਦਾ ਸੀ ਬਿਲਾਲ? ਨਹੀਂ, ਕੋਈ ਨਹੀਂ। ਕੋਈ ਨਹੀਂ? ਮਾੜੀ ਚੰਗੀ ਤੱਕ ਮਤਲਬ ਕਿ ਊਂਚ ਨੀਚ ਕਦੀ ਹੋ ਜਾਂਦੀ ਸੀ, ਲੇਕਿਨ ਐਸੀ ਕੋਈ ਗੱਲ ਨਹੀਂ ਸੀ। ਇੱਧਰ ਵੇਖ। ਹਾਂਜੀ। ਕੀ ਹੋ ਊਂਚ ਜਾਂਦਾ ਨੀਚ ਸੀ? ਕਦੀ ਕਦਾਈ ਹੋ ਜਾਂਦੀ ਸੀ, ਲੇਕਿਨ ਐਸੀ ਕੋਈ ਗੱਲ ਨਹੀਂ ਸੀ। ਠੀਕ ਹੈ, ਤੇ ਕੀ ਹੋ ਗਿਆ ਇਹ ਸਭ ਕੁਝ? ਕਿਵੇਂ ਮਾਰਤਾ ਉਹਨੂੰ? ਫਿਰ ਕਿਵੇਂ ਉਹਦੀ ਬੀਵੀ ਨੂੰ ਕਿਵੇਂ ਮਿਲਿਆ? ਕੀ ਹੋਇਆ? ਸਾਰੀ ਤਫਸੀਲ ਦੱਸੋ। ਉਹਦੀ ਬੀਵੀ ਨੂੰ ਨਾ ਜੀ ਪਤਾ ਲੱਗਾ ਕਿ 5ਵੀਂ ਸ਼ਾਦੀ ਕੀਤੀ ਇਹਨੇ ਬਾਹਰ। ਕੀਤੀ ਹੈ ਜਾਂ ਕਰਨੀ ਹੈ? ਹਜੇ ਕੀਤੀ ਨਹੀਂ, ਕਨਫਰਮ ਇਹ ਹੋਇਆ, ਲੇਕਿਨ ਉਹਨੂੰ ਇਹ ਕਨਫਰਮ ਹੋ ਗਿਆ ਸੀ ਕਿ ਕਰ ਲਈਏ। ਅੱਛਾ। ਹਾਂਜੀ। ਉਹਨੂੰ 20 ਲੱਖ ਰੁਪਇਆ ਲਿਖ ਕੇ ਦਿੱਤਾ ਹੈ ਤੇ 5 ਮਰਲੇ ਦਾ ਪਲਾਟ। ਠੀਕ ਹੈ ਜੀ। ਠੀਕ ਹੈ। ਉਹਨੇ ਮੈਨੂੰ ਘਰ ਬੁਲਾਇਆ ਔਰ ਆਖਿਆ ਕਿ ਰਜ਼ਾ 13 ਸਾਲਾਂ ਤੋਂ ਮੈਂ ਦਿਮਾਗ ਖਾਣ ਦਈ ਹਾਂ, ਹੁਣ ਸੁੱਖ ਲੈਣ ਦਾ ਵਕਤ ਆਇਆ ਤੇ ਇਹਨੇ ਜਨਾਬ ਸ਼ਾਦੀ ਬਾਹਰ ਕਰ ਲਈਏ। ਪੰਜਵੀਂ? ਪਹਿਲੇ ਕਿੰਨੀਆਂ ਸ਼ਾਦੀਆਂ ਸੀ? 4 ਸ਼ਾਦੀਆਂ ਨੇ ਪਹਿਲੀਆਂ। ਕਿੱਥੇ ਕੀਤੀਆਂ ਸੀ? ਇਹ ਚੌਥੀ ਬੀਵੀ ਹੈ। ਇੱਕ ਮੁਹੱਲੇ ਵਿੱਚ ਸੀ, 2 ਬਾਹਰ ਦੀਆਂ ਲਿਆਂਦੀਆਂ ਸਨ। ਕਿੱਥੇ ਗਈਆਂ ਉਹ ਬੀਵੀਆਂ? ਰੱਖੀਆਂ ਸਾਰੀਆਂ? ਇੱਕ ਫੌਤ ਹੋ ਗਈ ਹੈ, 2 ਛੱਡ ਕੇ ਚਲੇ ਗਈਆਂ ਸਨ ਤੇ ਇਹ ਚੌਥੀ ਕੋਲ ਹੈ। ਅੱਛਾ, 3 ਪਹਿਲੇ ਇੱਕ ਫੌਤ ਹੋ ਗਈ ਸੀ? ਹਾਂਜੀ। 2 ਤੋਂ ਲੈਦਗੀ ਹੋ ਗਈ, ਤਲਾਕ ਹੋ ਗਈ? ਹਾਂਜੀ। ਇਹ ਕੋਲ ਹੈ, ਚੌਥੀ ਕੋਲ ਸੀ। ਬੱਚੇ ਸੀ ਕਿਸੇ ਵਿੱਚੋਂ? ਜੀ, ਜਿਹੜੀ ਸਭ ਤੋਂ ਪਹਿਲੇ ਸੀ ਉਹਦੇ ਵਿੱਚ 4 ਬੱਚੇ ਸਨ। ਜਿਹੜੀ ਫੌਤ ਹੋਈ ਹੈ? ਹਾਂਜੀ। ਠੀਕ ਹੈ, 4 ਬੱਚੇ ਸੀ। ਹਾਂਜੀ। ਠੀਕ ਹੈ, ਤੇਰੇ ਸਾਹਮਣੇ ਹੀ ਹੁੰਦਾ ਰਿਹਾ ਸ਼ਾਦੀਆਂ ਸ਼ੁਦੀਆਂ? ਨਹੀਂ ਜੀ, ਤੇਰੀ ਸ਼ਰਾਕਤਦਾਰੀ ਤੋਂ ਪਹਿਲੇ ਦੀ ਗੱਲ ਹੈ? ਨਹੀਂ, ਸ਼ਰਾਕਤਦਾਰੀ ਤੋਂ ਬਾਅਦ ਦੀ ਗੱਲ ਹੈ। ਬਾਅਦ ਚ ਹੋਇਆ? ਨਹੀਂ, ਸ਼ਰਾਕਤਦਾਰੀ ਤੋਂ ਪਹਿਲੇ ਦੀ ਗੱਲ ਹੈ, ਮਤਲਬ ਕਿ ਸ਼ਾਦੀਆਂ ਦੀਆਂ। ਠੀਕ ਹੈ। ਜਿਹੜੀ ਹੁਣ ਸੀ, ਇਹਨੂੰ 13 ਸਾਲ ਦੇ ਇਹਨੂੰ ਹੋ ਗਏ ਨੇ, ਜਿਹੜੀ ਹੁਣ ਇਹਦੇ ਕੋਲ ਸੀ, ਜਿੰਦੇ ਨਾਲ ਮਿਲ ਕੇ ਮਤਲਬ ਕਿ ਮੈਂ ਕੀਤਾ। ਅੱਛਾ, ਫਿਰ ਇਹਦਾ ਕੀ ਨਾਂ ਹੈ? ਸ਼ਾਜ਼ੀਆ। ਸ਼ਾਜ਼ੀਆ ਨੇ ਤੈਨੂੰ ਬੁਲਾ ਲਿਆ ਘਰ? ਹਾਂਜੀ। ਕੀ ਕਹਿੰਦੀ? ਉਹਨੇ ਕਿਹਾ ਕਿ 13 ਸਾਲਾਂ ਤੋਂ ਮੈਂ ਦੀ ਮਾਰ ਖਾਣ ਦਈ ਹਾਂ, ਹਾਂ, ਹੁਣ ਸੁੱਖ ਲੈਣ ਦਾ ਵਕਤ ਆਇਆ, 5ਵੀਂ ਸ਼ਾਦੀ ਕਰ ਰਿਹਾ। ਅੱਛਾ। ਤੇ ਇਹਨੂੰ ਮਿਲ ਕੇ ਜਿਹੜਾ ਹੈ ਨਾ ਖਤਮ ਕਰਨੇ ਆ। ਇਹ ਜਾਏਗਾ ਤੇ ਫਿਰ ਮੈਂ ਤੇਰਾ ਨਿਕਾਹ ਵੀ ਆਪਣੀ ਬੱਚੀ ਨਾਲ ਕਰਾ ਦਿਆਂਗੀ ਔਰ ਇਹਦੇ ਜਿਹੜੇ ਪੈਸੇ ਹੋਣਗੇ ਮਤਲਬ ਕਿ ਉਹ ਮੈਂ ਲੈ ਲਾਂਗੀ। ਉਹ ਫਿਰ ਅਸੀਂ ਮਿਲ ਕੇ ਜੀ। ਨਹੀਂ, ਇਹ ਤੂੰ ਕਿਵੇਂ ਰਾਜ਼ੀ ਹੋ ਗਿਆ? ਤੂੰ ਤੇ ਕਹਿ ਰਿਹਾ ਤੂੰ ਉਹਦੇ ਨਾਲ ਬਿਲਕੁਲ ਠੀਕ ਸੀ, ਸ਼ਰਾਕਤਦਾਰੀ ਤੇ ਕਾਰੋਬਾਰ ਸੀ, 50-50% ਦੇ ਉੱਤੇ ਸੀ ਦੋਨਾਂ ਨੂੰ। ਤੈਨੂੰ ਤੇ ਪਹਿਲੇ ਹੀ ਮਤਲਬ ਕਾਰੋਬਾਰ ਦੇ ਵਿੱਚ ਫਾਇਦਾ ਹਾਸਲ ਹੋ ਰਿਹਾ ਸੀ। ਤੇਰਾ ਕੀ ਨੁਕਸਾਨ ਸੀ? ਉਹਦੀ ਸ਼ਾਦੀ ਤੋਂ ਤੇਰਾ ਕੀ ਨੁਕਸਾਨ ਸੀ? ਸ਼ਾਜ਼ੀਆ ਨਾਲ ਤਾਲੁਕਾਤ ਸੀ ਤੇਰੇ? ਨਹੀਂ, ਮੇਰੇ ਸ਼ਾਜ਼ੀਆ ਨਾਲ ਕੋਈ ਤਾਲੁਕਾਤ ਨਹੀਂ ਸਨ। ਹਾਂ, ਮਤਲਬ ਇਹ ਕਿ ਮੈਂ ਚਾਹੁੰਦਾ ਸਾਂ ਨਿਕਾਹ ਕਰਨਾ ਉਹਦੀ ਬੱਚੀ ਦੇ ਨਾਲ। ਉਹਦੀ ਬੇਟੀ ਨਾਲ ਨਿਕਾਹ ਕਰਨਾ ਚਾਹੁੰਦਾ ਸੀ? ਉਹਨੂੰ ਦੱਸਿਆ ਸੀ ਬਿਲਾਲ ਨੂੰ ਕਦੀ? ਨਹੀਂ ਜੀ। ਪੁੱਛਿਆ ਵੀ ਨਹੀਂ ਸੀ ਉਹਨੂੰ? ਨਹੀਂ ਜੀ। ਸਹੀ ਹੈ। ਤੂੰ ਸ਼ਾਦੀशुदा ਹੈ? ਹਾਂਜੀ। ਕਿੰਨੇ ਬੱਚੇ? ਕੋਈ ਬੱਚਾ ਨਹੀਂ। ਕਦੋਂ ਦੀ ਹੋਈ ਹੈ ਸ਼ਾਦੀ? 3 ਸਾਲ ਹੋ ਗਏ। ਫਿਰ ਕਿਉਂ ਕਰਨਾ ਚਾਹੁੰਦਾ ਸੀ ਦੂਸਰੀ ਸ਼ਾਦੀ ਉਹਦੀ ਬੇਟੀ ਨਾਲ? ਬਸ ਐਸੇ ਹੀ ਜੀ। ਜਾਇਦਾਦ ਦੀ ਖਾਤਰ? ਪੈਸਿਆਂ ਦੀ ਖਾਤਰ? ਨਹੀਂ ਤੇ ਉਹਦੀ ਬੀਵੀ ਨੇ ਤੇ ਇਹੀ ਕਿਹਾ ਨਾ ਤੈਨੂੰ, ਜਾਇਦਾਦ ਦੀ ਵਜ੍ਹਾ ਤੋਂ ਹੀ ਤੂੰ ਰਾਜ਼ੀ ਹੋਇਆ ਜਾਂ ਤੂੰ ਦੱਸ ਰਿਹਾ? ਜਾਇਦਾਦ ਦਾ ਉਹਦਾ ਮਾਮਲਾ ਸੀ, ਉਹਨੂੰ ਚਾਹੀਦੀ ਸੀ, ਮੈਨੂੰ ਨਹੀਂ ਸੀ। ਤੈਨੂੰ ਉਹਦੀ ਧੀ ਚਾਹੀਦੀ ਸੀ? ਜੀ। ਚੰਗੀ ਲੱਗਦੀ ਸੀ?
ਉਹਦੀ ਬੀਵੀ ਨਾਲ ਤੇਰਾ ਤਲਕ ਕਦੋਂ ਬਣਿਆ? ਸ਼ਾਜ਼ੀਆ ਨਾਲ ਕਦੋਂ ਦਾ ਤਲਕ ਸੀ? ਜਦੋਂ ਕੰਮ ਕਾਰੋਬਾਰ ਕੀਤਾ ਤੇ ਫਿਰ ਆਣ ਜਾਣ ਲੱਗ ਗਏ, ਮਤਲਬ ਇੱਕ ਦੂਸਰੇ ਦੇ ਘਰ ਅਸੀਂ। ਘਰ ਆਂਦਾ ਜਾਂਦਾ ਸੀ? ਹਾਂਜੀ, ਇਸ ਸਹੀ। ਵਜ੍ਹਾ ਤੋਂ ਫਿਰ ਉਹਦੇ ਨਾਲ ਵੀ ਮਤਲਬ ਕਿ ਰਿਲੇਸ਼ਨ ਸੀ? ਬਸ ਮਾਂ ਪੁੱਤਰ ਵਾਲਾ ਰਿਲੇਸ਼ਨ ਸੀ, ਹੋਰ ਉਹਦੇ ਨਾਲ ਕੋਈ ਐਸੀ ਗੱਲ ਨਹੀਂ ਸੀ। ਅੱਛਾ, ਕੋਈ ਐਸੀ ਗੱਲ ਨਹੀਂ। ਕਿੰਨੀ ਉਮਰ ਸ਼ਾਜ਼ੀਆ ਦੀ? ਇਹ ਤਕਰੀਬਨ 40 ਦੇ ਲਗਭਗ ਹੋਏਗੀ। ਕੋਈ ਬੱਚਾ ਬੁੱਚਾ ਕੋਈ ਨਹੀਂ ਸੀ? ਨਹੀਂ, ਬੱਚਾ ਕੋਈ ਨਹੀਂ ਸੀ। ਅੱਛਾ, ਤੈਨੂੰ ਬੁਲਾਇਆ ਉਹਨੇ ਕਿੰਨੇ ਅਰਸੇ ਪਹਿਲੇ ਬੁਲਾਇਆ? ਮਤਲਬ ਕਿ ਜਿਸ ਦਿਨ ਕਤਲ ਗਿਆ? ਨਹੀਂ, ਇਹ ਕਤਲ ਤੋਂ ਪਹਿਲੇ। ਕਤਲ ਤੋਂ ਪਹਿਲੇ ਗੱਲ ਕੀਤੀ ਨਾ ਤੈਨੂੰ ਬੁਲਾ ਕੇ ਹਾਂਜੀ। ਕਿ ਇੱਧਰ ਆ ਤੇ ਇਹਨੇ ਕੋਈ ਸ਼ਾਦੀ ਕਰ ਲਈ ਹੈ? ਹਾਂਜੀ, ਇਹ 2-3 ਦਿਨ ਪਹਿਲੇ ਪ੍ਰੋਗਰਾਮ ਬਣਿਆ ਸੀ ਜੀ। ਆਇਆ, ਤੈਨੂੰ ਬੁਲਾਇਆ? ਹਾਂਜੀ। ਠੀਕ ਹੈ, ਚਲਾ ਗਿਆ। ਫਿਰ ਉੱਥੇ ਉਹਨੇ ਕੀ ਕਿਹਾ ਤੈਨੂੰ ਕਿ ਇਹਨੇ ਸ਼ਾਦੀ ਕਰ ਲਈ ਹੈ? ਇਹਨੇ ਸ਼ਾਦੀ ਕਰ ਲਈ ਹੈ, 20 ਲੱਖ ਰੁਪਇਆ ਨੂੰ ਲਿਖ ਕੇ ਦੇਤਾ ਤੇ 5 ਮਰਲੇ ਦਾ ਪਲਾਟ। ਅੱਛਾ, ਤੇ ਤੈਨੂੰ ਨਹੀਂ ਹੈ ਪਤਾ ਸੀ ਗੱਲਾਂ? ਨਹੀਂ, ਮੈਨੂੰ ਨਹੀਂ ਸੀ ਪਤਾ। ਅੱਛਾ, ਤੈਨੂੰ ਐ ਵੀ ਨਹੀਂ ਇਨਫੋਰਮੇਸ਼ਨ ਸੀ ਕਿ ਸ਼ਾਦੀ ਕਰਨਾ ਚਾਹ ਰਿਹਾ ਹੈ ਜਾਂ ਕੀਤੀ ਹੈ ਜਾਂ ਨਹੀਂ ਕੀਤੀ? ਇਨਫੋਰਮੇਸ਼ਨ ਸੀ ਕਿ ਕਰਨਾ ਚਾਹ ਰਿਹਾ ਹੈ। ਅੱਛਾ, ਹਾਂਜੀ। ਤੂੰ ਉਹਨੂੰ ਕਿਹਾ ਨਹੀਂ ਕਿ ਇਹਨੇ ਇਹ ਸ਼ਾਦੀ ਨਹੀਂ ਕੀਤੀ, ਕਰਨਾ ਚਾਹੁੰਦਾ? ਨਹੀਂ, ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਮੈਨੂੰ ਨਹੀਂ ਪਤਾ ਹੈਗਾ। ਉਹਨੇ ਕਿਹਾ ਮੇਰੇ ਕੋਲ ਪੱਕੇ ਸਬੂਤ ਨੇ ਕਿ ਇਹਨੇ ਕਰ ਲਈ ਹੈ। ਅੱਛਾ। ਉਹ ਫਿਰ ਸਾਡਾ ਇੱਥੇ ਆਰਫ ਗੁੱਜਰ ਸਾਬਕਾ ਨਾਜ਼ਮ ਸੀ, ਸੁਬਹ ਉਹਦੇ ਕੋਲ ਗਈ, ਉਹਨੂੰ ਵੀ ਜਾ ਕੇ ਆਖਿਆ ਕਿ ਭਾਈ ਨਾ ਇਹਨੇ ਮੇਰੇ ਨਾਲ ਗਲਤ ਕੀਤਾ ਹੈ, ਇਹਨੇ ਨਿਕਾਹ ਹੋਰ ਕਰ ਲਿਆ ਹੈ, ਉਹਨੂੰ 20 ਲੱਖ ਰੁਪਇਆ ਲਿਖ ਕੇ ਦੇ ਦਿੱਤਾ ਹੈ। ਅੱਛਾ, ਇਹਨੇ ਜਾ ਕੇ ਫਿਰ ਉਹਨੂੰ ਵੀ ਦੱਸਿਆ। ਉਹਨੂੰ ਵੀ ਦੱਸਿਆ? ਹਾਂਜੀ। ਤੈਨੂੰ ਪਹਿਲੇ ਦੱਸਿਆ ਫਿਰ ਉਹਨੂੰ ਦੱਸਿਆ? ਹਾਂਜੀ। ਠੀਕ ਹੈ, ਫਿਰ ਤੂੰ ਕੀ ਕਿਹਾ ਉੱਥੇ ਬਹਿ ਕੇ? ਡਨ ਕੀ ਹੋਈ? ਗੱਲ ਕੀ ਡਨ ਹੋਈ? ਡਨ ਇਹ ਹੋਇਆ ਕਿ ਇਹਨੂੰ ਜਨਾਬ ਨੀਂਦ ਦੀਆਂ ਗੋਲੀਆਂ ਦੇ ਦਿਓ, ਠੀਕ ਹੈ ਜੀ, ਇਹ ਸੋ ਜਾਏਗਾ ਤੇ ਫਿਰ ਇਹਨੂੰ ਮਾਰ ਦਿਆਂਗੇ। ਸੋਈਏਗਾ ਤੇ ਮਾਰ ਦੇਂਗੇ। ਅੱਛਾ, ਤੂੰ ਉਹਦੀ ਗੱਲ ਦੇ ਉੱਤੇ ਹਾਮੀ ਭਰ ਲਈ? ਹਾਂਜੀ। ਇਨਕਾਰ ਕੋਈ ਨਹੀਂ ਕੀਤਾ? ਨਹੀਂ ਜੀ, ਕੀ ਵਜ੍ਹਾ ਸੀ? ਬਸ ਮੈਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਜੀ। ਕਿਹੜੀਆਂ ਗੱਲਾਂ? ਉਹ ਸ਼ਾਦੀ ਕਰਾਉਣ ਵਾਲੀ ਗੱਲ? ਹਾਂਜੀ। ਧੀ ਪਸੰਦ ਸੀ ਤੈਨੂੰ ਉਹਦੀ? ਉਹਨੂੰ ਪਸੰਦ ਕਰਦਾ ਸੀ? ਜੀ। ਇੱਧਰ ਵੇਖ, ਹਾਂਜੀ। ਉਹ ਵੀ ਕਰਦੀ ਸੀ? ਹਾਂਜੀ। ਤੇ ਫਿਰ ਪਹਿਲੇ ਉਸ ਤਰੀਕੇ ਨਾਲ ਸ਼ਾਦੀ ਕਰ ਲੈਂਦੇ। ਤੂੰ ਤੇ ਸ਼ਾਦੀशुदा ਹੈ, 3 ਸਾਲ ਹੋਏ ਤੇਰੀ ਸ਼ਾਦੀ ਨੂੰ, ਹੋਈ ਬੱਚਾ ਵੀ ਕੋਈ ਨਹੀਂ, ਹਾਂਜੀ। ਤੇ ਫਿਰ ਵੀ ਦੂਸਰੀ ਸ਼ਾਦੀ ਕਰਨਾ ਚਾਹੁੰਦਾ ਸੀ? ਹਾਂਜੀ। ਹਾਂਜੀ ਹਾਂਜੀ ਕਹੀ ਜਾਂਦਾ ਹਾਂਜੀ, ਕੀ? ਦੂਸਰੀ ਕਰਨਾ ਕਿਉਂ? ਚਾਹੁੰਦਾ। ਬਸ ਐਸੇ ਹੀ ਸਰ। ਐਵੇਂ ਸ਼ੌਕ ਸੀ? ਜੀ। ਹੈ? ਹਾਂਜੀ। ਤੇ ਇਹਦੇ ਨਾਲ ਸ਼ਾਜ਼ੀਆ ਨਾਲ ਇਹ ਗੱਲ ਕੀਤੀ ਸੀ ਕਿ ਮੈਂ ਇਹਦੀ ਧੀ ਨਾਲ ਪਹਿਲੇ ਤੋਂ ਕੀਤੀ ਹੋਏਗੀ? ਹਾਂਜੀ। ਇਹ ਕਤਲ ਤੋਂ ਵੀ ਪਹਿਲੇ ਤੋਂ ਹਾਂਜੀ। ਖੁਆਇਸ਼ ਦਾ ਇਜ਼ਹਾਰ ਕੀਤਾ ਸੀ? ਤੇ ਉਹ ਕੀ ਕਹਿੰਦੀ ਸੀ? ਕਿ ਕਰਾ ਦਾਂਗੀ ਮੈਂ ਤੇਰੀ ਸ਼ਾਦੀ? ਉਹ ਕਹਿੰਦੀ ਸੀ ਕਿ ਮੈਂ ਤੇਰੀ ਸ਼ਾਦੀ ਕਰਵਾ ਦਿਆਂਗੇ ਇਹਦੇ ਨਾਲ, ਪਹਿਲੇ ਤੋਂ ਹੀ? ਹਾਂਜੀ। ਇਹ ਬਾਅਦ ਚ ਉਹਨੇ ਕਤਲ ਦਾ ਪਲੈਨਿੰਗ ਬਣਾਈ ਤੇਰੇ ਨਾਲ? ਉਹਦੇ ਪਿਓ ਨਾਲ ਕਿਉਂ ਨਹੀਂ ਗੱਲ ਕੀਤੀ ਕਿ ਮੈਂ ਸ਼ਾਦੀ ਕਰਨੀ? ਵੈਸੇ ਹੀ ਸਰ ਨਹੀਂ ਸੀ, ਮਤਲਬ ਕਰਦਾ ਵੀ ਤਾਂ ਉਹਨੇ ਨਹੀਂ ਸੀ ਕਰਨੇ। ਉਹਨੇ ਨਹੀਂ ਕਰਨੀ ਸੀ? ਹਾਂਜੀ। ਕਿੰਨੀ ਉਮਰ ਹੈ ਉਸ ਬੱਚੀ ਦੀ? 18-19 ਦੇ ਕਰੀਬ। ਠੀਕ ਹੈ, ਠੀਕ ਹੈ, ਪਲੈਨਿੰਗ ਹੋ ਗਈ। ਹਾਂਜੀ। ਇਹਨੇ ਨੀਂਦ ਦੀਆਂ ਗੋਲੀਆਂ ਉਹਨੇ ਕਿਹਾ ਮੈਂ ਖਿਲਾ ਦਾਂਗੀ, ਫਿਰ ਕਤਲ ਕਰਾਂਗੇ। ਅੱਛਾ, ਉਹਦੇ ਤੋਂ ਬਾਅਦ ਕੀ ਕੀਤਾ? ਉਹਨੇ ਨੀਂਦ ਦੀਆਂ ਗੋਲੀਆਂ ਖਿਲਾਤੀਆਂ ਜੀ। ਮੈਨੂੰ ਉਹਨੇ ਫੋਨ ਕਰਕੇ ਬੁਲਾ ਲਿਆ ਕਿ ਸੋ ਗਿਆ ਤੇ ਆ ਜਾ। ਕਿਹੜਾ ਦਿਨ ਸੀ? ਟਾਈਮ ਕੀ ਸੀ? 10 ਤਰੀਕ ਸੀ, 4 ਵਜੇ ਦਾ ਟਾਈਮ ਸੀ। ਇਹ 10 ਜਿਹੜੀ ਹੈ ਗੁਜ਼ਰੀ ਹੈ? ਹਾਂਜੀ। ਅੱਛਾ, 4 ਵਜੇ ਦਾ ਟਾਈਮ ਦੁਪਹਿਰ ਦਾ? ਹਾਂਜੀ। ਅੱਛਾ, ਫਿਰ ਮੈਂ ਗਿਆ ਵਾਂ ਜੀ। ਉਹਦੇ ਆਖਿਆ ਕਿ ਮੇਰੇ ਕੋਲ ਫੜਿਆ ਨਹੀਂ ਜਾਣਾ, ਅਗਰ ਉੱਠ ਗਿਆ ਤੇ ਤੂੰ ਇਹਨੂੰ ਫੜ ਕੇ ਰੱਖ ਤੇ ਮੈਂ ਇਹਨੂੰ ਛੁਰੀ ਮਾਰ ਦੇਣੀ ਹੈ। ਫਿਰ ਮੈਂ ਉਹਦੇ ਤੇ ਕੱਪੜਾ ਪਾ ਕੇ ਉਹਨੂੰ ਫੜ ਲਿਆ ਤੇ ਉਹਨੇ ਛੁਰੀ ਮਾਰਤੀ। ਕੱਪੜਾ ਕਿੱਥੇ ਪਾਇਆ? ਮੂੰਹ ਤੇ। ਬੇਹੋਸ਼ ਨਹੀਂ ਸੀ ਉਹ ਗੋਲੀਆਂ ਖਾ ਕੇ? ਹਾਂਜੀ, ਲੇਕਿਨ ਫਿਰ ਵੀ ਉਹਨੇ ਕਿਹਾ ਉੱਠ ਸਕਦਾ। ਅੱਛਾ, ਕਿਹੜਾ ਕੱਪੜਾ ਪਾਇਆ? ਉਹ ਜਿਹੜੀ ਚਾਦਰ ਉਹਦੇ ਕੋਲ ਪਈ ਸੀ ਜੀ। ਅੱਛਾ, ਉਹਨੇ ਫਿਰ ਉਹਦੇ ਛੁਰੀ ਫੇਰਤੀ ਜੀ ਗੱਲ ਤੇ। ਛੁਰੀ ਫੇਰਤੀ? ਹੈ ਗਲਾ ਕੱਟਤਾ? ਹਾਂਜੀ। ਠੀਕ ਹੈ, ਕੱਟਤਾ। ਫਿਰ ਜੀ ਜਦੋਂ ਖਤਮ ਹੋ ਗਿਆ ਫਿਰ ਅਸੀਂ ਇਹ ਲਿਆ ਕੋਈ ਨੀਂਦ ਦੇ ਵਿੱਚ? ਨੀਂਦ ਦੀਆਂ ਗੋਲੀਆਂ ਕਿੰਨੀਆਂ ਗੋਲੀਆਂ ਖਵਾਈਆਂ ਸੀ? ਪਤਾ ਨਹੀਂ ਜੀ, ਉਹਨੂੰ ਪਤਾ ਕਿੰਨੀਆਂ ਖਵਾਈਆਂ ਸਨ। ਆਪ ਹੀ ਲੈ ਕੇ ਆਈ ਸੀ? ਹਾਂਜੀ। ਅੱਛਾ, ਫਿਰ ਅਸੀਂ ਘਰ ਚਲੇ ਗਏ ਜੀ, ਮੇਰੇ ਘਰ ਚਲੇ ਗਏ। ਉਹਨੂੰ ਲੈ ਕੇ ਸ਼ਾਜ਼ੀਆ ਨੂੰ? ਹਾਂਜੀ। ਅੱਛਾ, ਤੇ ਲਾਸ਼ ਕਿੱਥੇ ਹੀ? ਉੱਥੇ ਪਈ ਰਹੀ। ਉਹਦੇ ਘਰ? ਹਾਂਜੀ। ਕਿੱਥੇ ਘਰ? ਵਾਰਦਾਤ ਕਿੱਥੇ ਕੀਤੀ? ਉਹਦੇ ਘਰ ਹੀ ਜੀ। ਬਲਾਲ ਦੇ? ਹਾਂਜੀ। ਉੱਥੇ ਹੀ ਸ਼ਾਜ਼ੀਆ ਰਹਿੰਦੀ ਸੀ? ਬੱਚੇ ਵੀ ਉੱਥੇ ਰਹਿੰਦੇ ਸੀ? ਬੱਚੇ ਕਿੱਥੇ ਸੀ? ਬੱਚੇ ਪੜਨ ਗਏ ਸਨ ਜੀ। ਕਿੰਨੇ ਵਜੇ ਦੇ ਟਾਈਮ? 4 ਵਜੇ? ਕਿਹੜੇ ਪੜਨ ਗਏ? ਮਦਰਸੇ ਜਾਂਦੇ ਸਨ ਜੀ। ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ? ਤਕਰੀਬਨ ਅਸਰ ਤੋਂ ਬਾਅਦ ਆਉਂਦੇ ਸਨ, ਮਤਲਬ ਕਿ ਸੁਬਹ ਜਾਂਦੇ ਹਨ, ਅਸਰ ਤੋਂ ਬਾਅਦ ਆਉਂਦੇ ਹਨ ਮਦਰਸੇ। ਅੱਛਾ। ਹਾਂਜੀ। ਤੁਸੀਂ ਦੋਨੋਂ ਉੱਧਰ ਚਲੇ ਗਏ? ਲਾਸ਼ ਉੱਥੇ ਪਈ ਰਹੀ? ਹਾਂਜੀ, ਲਾਸ਼। ਫਿਰ ਉਹ ਬੱਚਾ ਜੋ ਮਦਰਸਿਓਂ ਆਇਆ, ਉਹਨੇ ਆ ਕੇ ਦਰਵਾਜ਼ਾ ਖੋਲਿਆ ਤੇ ਅੱਗੇ ਉਹਨੇ ਵੇਖਿਆ ਤੇ ਫਿਰ ਉਹ ਰੌਲਾ ਪਾਉਂਦਾ ਚਲੇ ਗਿਆ ਸਾਡੇ ਘਰ। ਜਾ ਕੇ ਉਹਨੇ ਦੱਸਿਆ ਕਿ ਮੰਮਾ ਇੰਜ ਕਰਕੇ ਅੱਬੂ ਦੇ ਗਲੇ ਵਿੱਚੋਂ ਖੂਨ ਨਿਕਲਣ ਦਿਆ। ਤੁਹਾਡੇ ਘਰ ਕਿਵੇਂ ਆ ਗਏ? ਉਹਨੂੰ ਪਤਾ ਸੀ ਕਿ ਤੇਰੇ ਘਰ ਹੁੰਦੀ ਸ਼ਾਜ਼ੀਆ? ਕਿ ਇੱਧਰ ਚਲੇ ਜਾਈਦਾ। ਕਿੰਨੀ ਦੂਰ ਹੈ ਤੇਰਾ ਤੇ ਬਲਾਲ ਦਾ ਘਰ? 2-3 ਗਲੀਆਂ ਦਾ ਫਰਕ ਹੈ ਜੀ। ਅੱਛਾ, ਠੀਕ ਹੈ। ਮੋਟਰਸਾਈਕਲ ਤੇ ਗਿਆ ਪੈਦਲ ਲੈ ਕੇ ਉਹਨੂੰ? ਪੈਦਲ ਹੀ ਜੀ। ਅੱਛਾ। ਫਿਰ ਜੀ ਉਹ ਬੱਚਾ ਸਾਡੇ ਕੋਲ ਗਿਆ।
ਹਾਂ ਅਸੀਂ ਵਾਪਸ ਆਏ ਆ ਤੇ ਆ ਕੇ ਦਰਵਾਜ਼ਾ ਖੋਲਿਆ, ਮੁਹੱਲੇ ਵਾਲੇ ਵੀ ਇਕੱਠੇ ਹੋ ਗਏ। ਹੁਣ ਇੱਧਰ ਤੱਕ ਪੁਲਿਸ ਵੀ ਆ ਗਈ। ਅੱਛਾ ਫਿਰ ਮੁਹੱਲੇ ਵਾਲਾ ਆਖਿਆ ਵੀ ਥੋੜੀ ਦੇਰ ਪਹਿਲੇ ਤੇ ਨਿਕਲ ਕੇ ਗਏ ਨੇ ਇੱਥੋਂ। ਅੱਛਾ ਹਾਂਜੀ, ਫਿਰ ਪੁਲਿਸ ਨੇ ਸ਼ੱਕ ਦੇ ਵਿੱਚ ਸਾਨੂੰ ਫੜ ਲਿਆ। ਫੜ ਲਿਆ? ਹਾਂਜੀ। ਸੋਚਿਆ ਨਹੀਂ ਸੀ ਕਿ ਪੁਲਿਸ ਆਂਦੀ ਹੈ, ਕਤਲ ਜਿਹੜਾ ਕਰਦਾ ਉਹ ਫੜਿਆ ਜਾਂਦਾ ਹੈ? ਸ਼ਾਦੀ ਸ਼ੁਦੀ ਤੇ ਸੋਚ ਲਈ, ਕਤਲ ਵੀ ਕਰਤਾ। ਮਾਸੂਮ ਆਦਮੀ ਹੈ ਐਡਾ, ਸਭ ਕੁਝ ਉਹਨੇ ਤੈਨੂੰ ਕਿਹਾ ਤੇ ਤੂੰ ਕਰੀ ਗਿਆ। ਬਸ ਇਹ ਜ਼ਹਿਨ ਵਿੱਚ ਨਹੀਂ ਸੀ ਵੀ ਐਸਾ ਵੀ ਹੋ ਜਾਏਗਾ। ਕੀ ਐਸਾ ਵੀ ਹੋ ਕਿ ਜਾਏਗਾ? ਪੁਲਿਸ ਵੀ ਆ ਜਾਏਗੀ, ਫੜੇ ਵੀ ਜਾਵਾਂਗੇ। ਅਗਰ ਇਹ ਪਤਾ ਹੁੰਦਾ ਤੇ ਪਹਿਲੇ ਕਦੀ ਨਹੀਂ ਇੰਜ ਹੋਇਆ ਕਿ ਜਦੋਂ ਕਿਸੇ ਨੇ ਕਤਲ ਕੀਤਾ ਹੋਵੇ ਪੁਲਿਸ ਆਂਦੀ ਨਹੀਂ ਹੈ, ਫੜੇ ਵੀ ਨਹੀਂ ਜਾਂਦੇ, ਸ਼ਾਦੀਆਂ ਵੀ ਹੋ ਜਾਂਦੀਆਂ, ਬੱਚੇ ਵੀ ਹੋ ਜਾਂਦੇ? ਐਂ ਦਾ ਕੋਈ ਬਕੂਆ ਪਹਿਲੇ ਵੇਖਿਆ ਸੀ? ਘਰ ਦਾ ਇੱਕ ਸਾਥੀ ਨਾਲ ਸੀ ਤੇ ਫਿਰ ਮੈਂ ਕਿਹਾ ਵੀ ਨਹੀਂ, ਆਪ ਹੀ ਮਦਈਓ ਨੇ ਹੋਣਾ। ਘਰ ਦੇ ਸਾਥੀਆਂ ਦੇ ਨਾਲ ਹੀ ਤੇ ਫੜੇ ਜਾਂਦੇ ਨੇ ਲੋਕ। ਬਸ ਫਿਰ ਅਸੀਂ ਪੁਲਿਸ ਨੇ ਕੀ ਪੁੱਛਿਆ? ਪੁਲਿਸ ਨੇ ਫਿਰ ਪੁੱਛਿਆ, ਉਹਨੇ ਕਿਹਾ ਕਿ ਕੈਮਰੇ ਵੀ ਲੱਗੇ ਨੇ, ਮੰਨ ਜਾਵੋ। ਕੈਮਰੇ ਲੱਗੇ ਸੀ? ਗਲੀ ਦੇ ਵਿੱਚ ਕੋਈ ਕੈਮਰਾ ਸੀ। ਅੱਛਾ, ਫਿਰ ਪੁਲਿਸ ਨੇ ਸਾਨੂੰ ਮਨਾ ਲਿਆ ਜੀ। ਪਹਿਲੇ ਕੀ ਡਰਾਮੇ ਕੀਤੇ ਜੀ? ਬਸ ਇਹੀ ਗੱਲਾਂ ਜੀ, ਹੋਰ ਕੋਈ ਨਹੀਂ ਪਹਿਲੇ ਪੁਲਿਸ ਨੂੰ ਕੀ ਕਿਹਾ ਕਿ ਅਸੀਂ ਨਹੀਂ ਮਾਰਿਆ, ਸਾਨੂੰ ਨਹੀਂ ਪਤਾ ਕੌਣ ਮਾਰ ਗਿਆ? ਹਾਂਜੀ। ਫਿਰ ਪੁਲਿਸ ਨੇ ਆਖਿਆ ਕਿ ਨਹੀਂ, ਤੁਹਾਡੇ ਖਿਲਾਫ ਸਬੂਤ ਹੈਗੇ ਨੇ। ਦੱਸਦਾ ਪਿਆ ਤੁਸੀਂ ਥੋੜੀ ਦੇਰ ਪਹਿਲੇ ਗਏ ਜੀ, ਦਰਵਾਜ਼ੇ ਵੀ ਬੰਦ, ਹੋਰ ਕੌਣ ਆ ਸਕਦਾ, ਬਾਹਰ ਦਾ ਕੋਈ ਬੰਦਾ ਨਹੀਂ ਆ ਸਕਦਾ। ਉਹ ਫਿਰ ਮੁਹੱਲੇ ਵਾਲੇ ਵੀ ਸ਼ਹਾਦਤਾਂ ਦਿੱਤੀਆਂ ਕਿ ਇਹ ਨਿਕਲ ਕੇ ਗਏ ਨੇ। ਅੱਛਾ, ਫਿਰ ਇਸ ਵੇ ਤੁਸੀਂ ਮੰਨ ਗਏ ਜੀ। ਐਡਾ ਤੂੰ ਸਫਾਕੀਅਤ ਵਾਲਾ ਕੰਮ ਕਰਤਾ, ਸ਼ਾਦੀ ਵੀ ਹੋਈ ਏ ਤੇਰੀ। ਸ਼ਾਦੀ ਦੀ ਕਿਹੜੀ ਇਹੋ ਜੀ ਤੇਰੀ ਅੱਗ ਸੀ ਜਿਹੜੀ ਬੁੱਝ ਨਹੀਂ ਰਹੀ ਸੀ ਕਿ ਤੂੰ ਸ਼ਾਦੀ ਵਾਸਤੇ ਕਤਲ ਕਰਨਾ ਪੈ ਗਿਆ ਤੈਨੂੰ? ਸਰ ਜੋ ਹੋਏਗਾ ਸੀ ਮੈਂ ਦੱਸ ਦਿੱਤਾ। ਉਹਨੂੰ ਕੋਈ ਸਮਝਾਇਆ ਨਹੀਂ? ਕੋਈ ਤੇਰੇ ਦਿਮਾਗ 'ਚ ਅਕਲ ਨਹੀਂ ਆਈ ਕਿ ਔਰਤ ਅਗਰ ਮੈਨੂੰ ਇਹ ਗੱਲ ਕਰ ਰਹੀ ਹੈ ਤੇ ਇੰਜ ਨਹੀਂ ਕਰਨਾ ਚਾਹੀਦਾ, ਇਹ ਤੋਂ ਇਲਾਵਾ ਵੀ ਕੋਈ ਤਰੀਕੇ ਹੁੰਦੇ ਆ? ਬਸ ਸਰ ਜਦੋਂ ਬੰਦਾ ਡਗਮਗਾ ਜਾਏ ਤੇ ਫਿਰ ਬੜੇ ਮੈਂ ਤੇ 27 ਸਾਲ ਦਾ ਵਾਂ, ਬੜੇ ਪੇਸ਼ ਨਮਾਜ਼ ਡਗਮਗਾ ਜਾਂਦੇ ਨੇ। ਡਗਮਗਾ ਜਾਂਦੇ? ਅੱਛਾ, ਗੁਨਾਹ ਹੋ ਗਿਆ? ਛੋਟਾ ਮੋਟਾ ਗੁਨਾਹ ਹੈ? ਨਹੀਂ, ਬਹੁਤ ਬੜਾ ਗੁਨਾਹ ਹੋ ਗਿਆ। ਅੱਛਾ, ਡਗਮਗਾ ਗਏ ਆ ਤੇ ਖੈਰ ਹੀ ਹੈ ਡਗਮਗਾ ਜਾਣ ਦੀ? ਨਹੀਂ, ਖੈਰ ਕਤਲ ਕਰ ਦੇਣਾ ਹੋ ਗਿਆ। ਕਦੀ ਨਹੀਂ ਸੁਣਿਆ ਕਿ ਕਤਲ ਦੀ ਕੀ ਸਜ਼ਾ ਹੁੰਦੀ? ਸਜ਼ਾ ਦਾ ਪਤਾ ਹੀ ਕਤਲ ਦੀ ਕੀ ਹੁੰਦੀ ਹੈ? ਨਹੀਂ ਜੀ, ਨਹੀਂ ਸੁਣਿਆ। ਕਤਲ ਕਰਨਾ ਆਉਂਦਾ ਹੀ, ਸਾਰੇ ਕੰਮ ਆਉਂਦੇ ਆ। ਸ਼ਾਦੀ ਕੀਤੀ ਹੈ, ਦੂਸਰੀ ਸ਼ਾਦੀ ਵੀ ਕਰਨੀ ਹੈ, ਉਹ ਵੀ ਪਤਾ ਹੈ। ਹਾਈਏ ਤੱਕ ਸ਼ਰਮਿੰਦਗੀ ਦੇ ਅਸਾਰ ਨਹੀਂ ਨਜ਼ਰ ਆ ਰਹੇ। ਤੇਰੇ ਤੇ ਕਿਹੜਾ ਜ਼ੁਲਮ ਕਰਦਾ ਸੀ, ਤੇਰਾ ਕਿਹੜਾ ਗੈਰਤ ਦਾ ਮਸਲਾ ਸੀ ਜਿਹੜਾ ਤੂੰ ਉਹਨੂੰ ਬੇਦਰਦੀ ਨਾਲ ਕਤਲ ਕਰਕੇ ਇੰਨਾ ਮੁਤਮਈਨ ਖਲੋਤਾ ਹੈ? ਤੇਰਾ ਉਹਦੇ ਨਾਲ ਕੀ ਮਾਮਲਾ ਸੀ? ਸਰ ਇਹ ਮਾਮਲਾ ਸੀ ਜੇ ਕਹਿ ਦੱਸ ਦਿੱਤਾ, ਇਸ ਤੋਂ ਇਲਾਵਾ ਕੋਈ ਮਾਮਲਾ। ਤੇ ਇਹਦੇ ਵਿੱਚ ਤੇ ਨਾ ਗੈਰਤ ਹੈ, ਨਾ ਕੋਈ ਮਾਮਲਾ ਹੈ, ਨਾ ਤੇਰੇ ਇੱਜ਼ਤ ਦੇ ਉੱਤੇ ਹਮਲਾ ਹੋਇਆ। ਤੂੰ ਤੇ ਬਲਕਿ ਉਹਨੂੰ ਐਵੇਂ ਵਿਚਾਰੇ ਨੂੰ ਕਤਲ ਕਰਤਾ। ਬਸ ਸਰ ਇਹ ਮਾਮਲਾ ਸੀ ਜਿਹੜਾ ਦੱਸ ਦਿੱਤਾ। ਤੇਰੇ ਨਾਲ ਬਿਲਕੁਲ ਠੀਕ ਸੀ ਜੀ? ਠੀਕ। ਕਿੰਨੇ ਅਰਸੇ ਤੋਂ ਕਾਰੋਬਾਰ ਕਰ ਰਹੇ ਸੀ? 3 ਸਾਲ। 3 ਸਾਲ ਤੋਂ ਕਰ ਰਹੇ ਸੀ ਤੇ ਬਿਲਕੁਲ ਸਹੀ? ਨਾ ਤੇਰਾ ਪੈਸੇ ਕਦੀ ਉਹਨੇ ਰੱਖੇ, ਨਾ ਕੁਝ ਵੀ ਨਹੀਂ ਕੀਤਾ? ਨਹੀਂ ਸਰ। ਠੀਕ ਆ ਰਹੇ ਸੀ? ਕਿੰਨੇ ਕੁ ਪੈਸੇ ਆਈ ਜਾਂਦੇ ਸੀ? ਸਹੀ ਸ਼ਾਦੀ ਆ? ਉਹਨੂੰ ਮੇਰੇ ਖਿਆਲ ਨਾਲ ਜੇਲ੍ਹ ਚਲੇ ਗਈ। ਠੀਕ ਹੈ। ਤੇ ਉਹਦੀ ਧੀ? ਉਹ ਆਪਣੇ ਘਰ 'ਚ ਆਪਣੇ ਨਾਨਕਿਆਂ ਕੋਲ ਚਲੇ ਗਈ। ਨਾਨਕਿਆਂ ਕੋਲ ਚਲੀ ਗਈ ਜਿਹਦੇ ਨਾਲ ਸ਼ਾਦੀ ਕਰਨੀ ਹੈ? ਹਾਂਜੀ। ਅੱਛਾ, ਬਹੁਤ ਪਸੰਦ ਹੈ ਤੈਨੂੰ? ਉਹਦਾ ਪਿਓ ਹੀ ਮਾਰਤਾ ਹੀ, ਯਤੀਮ ਕਰਤਾ ਉਹਨੂੰ। ਇਹ ਕਿਹੜਾ ਲਾਵੀ ਜਿਹਨੂੰ ਯਤੀਮ ਕਰਕੇ ਕੁੜੀ ਨੂੰ ਉਹਦੇ ਨਾਲ ਵਿਆਹ ਕਰਨਾ ਸੀ? ਗੁਨਾਹ ਹੋ ਗਿਆ ਜੀ ਬਹੁਤ ਵੱਡਾ। ਉਹ ਸ਼ਾਦੀ ਉਂਝ ਵੀ ਤੇ ਹੋ ਸਕਦੀ ਸੀ, ਆਪ ਉਹਦੇ ਨਾਲ ਗੱਲ ਕਰਦਾ, ਕਿਸੇ ਤਰੀਕੇ ਨਾਲ ਰਿਸ਼ਤਾ ਭੇਜਦਾ। ਕਤਲ ਕਰਨ ਦਾ ਕੀ ਇਹਦੇ ਵਿੱਚ? ਤੇਰਾ ਕੀ ਚੱਕਰ ਸੀ? ਬਸ ਗੁਨਾਹ ਹੋ ਗਿਆ ਜੀ ਬਹੁਤ ਵੱਡਾ। ਤੇ ਉਹਦਾ ਤੇ ਹੈਗਾ ਸੀ ਨਾ ਚਲੋ ਕਿ ਪੰਜਵੀਂ ਬੀਵੀ ਨੂੰ ਜਾਇਦਾਦ ਨਾ ਚਲੀ ਜਾਵੇ। ਔਲਾਦ ਨਹੀਂ ਸੀ ਇਹਦੀ ਸ਼ਾਜ਼ੀਆ ਦੀ? ਨਹੀਂ ਸੀ। ਸ਼ਾਜ਼ੀਆ ਨਾਲ ਤੇਰੀ ਕਦੋਂ ਦੋਸਤ, ਮਤਲਬ ਇੰਨੀ ਗਹਿਰੀ ਵਾਕਫੀਅਤ ਹੋ ਗਈ, ਦੋਸਤੀ ਹੋ ਗਈ? ਤੂੰ ਤਾਂ ਕਹਿੰਦਾ ਮਾਂ ਪੁੱਤਰ ਵਾਲਾ ਰਿਸ਼ਤਾ। ਜੀ, ਮਾਂ ਪੁੱਤਰ ਮਾਂ ਦੇ ਨਾਲ ਮਿਲ ਕੇ ਕਤਲ ਕਰਦਾ ਉਹਦੇ ਬੰਦੇ ਦਾ? ਬਸ ਸਰ ਗਫਲਤ ਹੋ ਗਈ। ਆਪਣਾ ਅੱਬਾ ਮਾਰਤਾ ਹੀ? ਗਫਲਤ ਹੋ ਗਈ ਨਾ ਸਰ। ਹੈ ਅੱਬਾ ਮਾਰਿਆ ਪਾਰਟਨਰ ਮਾਰੇ? ਪਾਰਟਨਰ ਮਾਰਿਆ ਜੀ। ਅੱਬਾ ਕਿਉਂ ਮਾਰਿਆ? ਅੱਬਾ ਇੱਕ ਹੀ ਹੁੰਦਾ। ਅੱਬਾ ਇੱਕ ਹੀ ਹੁੰਦਾ ਤੇ ਅੰਮੀ ਦੇ ਨਾਲ ਅੰਮੀ ਦਾ ਬੰਦਾ ਕੀ ਹੁੰਦਾ? ਅੱਬਾ ਹੀ ਹੁੰਦਾ ਉਹ ਵੀ। ਅਗਰ ਤੇਰੀ ਅੰਮੀ ਹੈ ਸ਼ਾਜ਼ੀਆ ਤੇ ਇਹ ਤੇਰੇ ਵਾਲਿਦ ਸਾਹਿਬ ਨੇ। ਸਹੀ। ਕੀ ਸਹੀ? ਰਿਸ਼ਤੇ ਤੂੰ ਬਣਾ ਰਿਹਾ ਨਾ ਤੇ ਤੇਰੇ ਉਸ ਹਿਸਾਬ ਨਾਲ ਹੀ ਤੇ ਅੱਬੂ ਹੈ ਨਾ ਫਿਰ ਤੇਰੇ। ਅਗਰ ਤੂੰ ਇਹਨੂੰ ਅੰਮੀ ਮੰਨਣਾ, ਇਹਦੇ ਪਿੱਛੇ ਕੀ ਵਜ੍ਹਾ ਹੈ? ਐਡਾ ਤੂੰ ਸਫਾਕੀਅਤ ਵਾਲਾ ਕੰਮ ਕਰਤਾ, ਸ਼ਾਦੀ ਵੀ ਹੋਈ ਏ ਤੇਰੀ। ਸ਼ਾਦੀ ਦੀ ਕਿਹੜੀ ਇਹੋ ਜੀ ਤੇਰੀ ਅੱਗ ਸੀ ਜਿਹੜੀ ਬੁੱਝ ਨਹੀਂ ਰਹੀ ਸੀ ਕਿ ਤੂੰ ਸ਼ਾਦੀ ਵਾਸਤੇ ਕਤਲ ਕਰਨਾ ਪੈ ਗਿਆ ਤੈਨੂੰ? ਸਰ ਜੋ ਹੋਏਗਾ ਸੀ ਮੈਂ ਦੱਸ ਦਿੱਤਾ। ਉਹਨੂੰ ਕੋਈ ਸਮਝਾਇਆ ਨਹੀਂ? ਕੋਈ ਤੇਰੇ ਦਿਮਾਗ 'ਚ ਅਕਲ ਨਹੀਂ ਆਈ ਕਿ ਔਰਤ ਅਗਰ ਮੈਨੂੰ ਇਹ ਗੱਲ ਕਰ ਰਹੀ ਹੈ ਤੇ ਇੰਜ ਨਹੀਂ ਕਰਨਾ ਚਾਹੀਦਾ, ਇਹ ਤੋਂ ਇਲਾਵਾ ਵੀ ਕੋਈ ਤਰੀਕੇ ਹੁੰਦੇ ਆ?
ਬਸ ਸਰ ਜਦੋਂ ਬੰਦਾ ਡਗਮਗਾ ਜਾਏ ਤੇ ਫਿਰ ਬੜੇ ਬੜੇ, ਮੈਂ ਤੇ 27 ਸਾਲ ਦਾ ਵਾਂ, ਬੜੇ ਬੜੇ ਪੇਸ਼ ਨਮਾਜ਼ ਡਗਮਗਾ ਜਾਂਦੇ ਨੇ। डगमगा जाते। अच्छा गुनाह हो गया, छोटा मोटा गुनाह है? नहीं, बहुत बड़ा गुनाह हो गया। अच्छा डगमगा गए हैं तो खैर ही है डगमगा जान दी। नहीं खैर कत्ल नहीं, कर बहुत देना बड़ा गुनाह हो गया। कदी नहीं सुनिया कि कत्ल दी की सजा हुंदी? सजा दा पता ही कत्ल दी की हुंदी है? नहीं जी, नहीं सुनिया। कत्ल करना आंदा ही, सारे काम आंदे है, शादी कीती है, दूसरी शादी भी करनी है, वो भी पता है। ਹਾਈਏ ਤੱਕ ਸ਼ਰਮਿੰਦਗੀ ਦੇ ਅਸਾਰ ਨਹੀਂ ਨਜ਼ਰ ਆ ਰਹੇ। ਤੇਰੇ ਤੇ ਕਿਹੜਾ ਜ਼ੁਲਮ ਕਰਦਾ ਸੀ, ਤੇਰਾ ਕਿਹੜਾ ਗੈਰਤ ਦਾ ਮਸਲਾ ਸੀ ਜਿਹੜਾ ਤੂੰ ਉਹਨੂੰ ਬੇਦਰਦੀ ਨਾਲ ਕਤਲ ਕਰਕੇ ਇੰਨਾ ਮੁਤਮਈਨ ਖਲੋਤਾ ਹੈ? ਤੇਰਾ ਉਹਦੇ ਨਾਲ ਕੀ ਮਾਮਲਾ ਸੀ? ਸਰ ਇਹ ਮਾਮਲਾ ਸੀ ਜੇ ਕਹਿ ਦੱਸ ਦਿੱਤਾ, ਇਸ ਤੋਂ ਇਲਾਵਾ ਕੋਈ ਮਾਮਲਾ ਤੇ ਇਹਦੇ ਵਿੱਚ ਤੇ ਨਾ ਗੈਰਤ ਹੈ, ਨਾ ਕੋਈ ਮਾਮਲਾ ਹੈ, ਨਾ ਤੇਰੇ ਇੱਜ਼ਤ ਦੇ ਉੱਤੇ ਹਮਲਾ ਹੋਇਆ। ਤੂੰ ਤੇ ਬਲਕਿ ਉਹਨੂੰ ਐਵੇਂ ਵਿਚਾਰੇ ਨੂੰ ਕਤਲ ਕਰਤਾ। ਬਸ ਸਰ ਇਹ ਮਾਮਲਾ ਸੀ ਜਿਹੜਾ ਦੱਸ ਦਿੱਤਾ। ਤੇਰੇ ਨਾਲ ਬਿਲਕੁਲ ਠੀਕ ਸੀ ਜੀ ਠੀਕ। ਕਿੰਨੇ ਅਰਸੇ ਤੋਂ ਕਾਰੋਬਾਰ ਕਰ ਰਹੇ ਸੀ? 3 ਸਾਲ ਤੋਂ। 3 ਸਾਲ ਤੋਂ ਕਰ ਰਹੇ ਸੀ ਤੇ ਬਿਲਕੁਲ ਸਹੀ, ਨਾ ਤੇਰਾ ਪੈਸੇ ਕਦੀ ਉਹਨੇ ਰੱਖੇ, ਨਾ ਕੁਝ ਵੀ ਨਹੀਂ ਕੀਤਾ। ਨਹੀਂ ਸਰ ਠੀਕ ਆ ਰਹੇ ਸੀ। ਕਿੰਨੇ ਕੁ ਪੈਸੇ ਆਈ ਜਾਂਦੇ ਸੀ? 50-50 ਦੇ ਪਾਰਟਨਰ ਸੀ। ਅਗਰ ਉਹ ਇੰਨਾ ਠੀਕ ਸੀ, ਆਪਣੀ ਨਵੀਂ ਬੀਵੀ ਨੂੰ 20 ਮਰਲੇ ਦਾ ਮਕਾਨ ਲੈ ਕੇ ਦੇ, 5 ਮਰਲੇ ਦਾ ਮਕਾਨ 20 ਲੱਖ ਰੁਪਈਆ ਦੇ ਸਕਦਾ ਸੀ ਉਹਦੀ ਬੀਵੀ ਦੇ ਬਕੋਲ, ਤੇ ਤੇਰੇ ਕੋਲ ਵੀ ਤੇ ਇੰਨੇ ਪੈਸੇ ਹੋਣੇ। ਜਿਸ ਬੰਦੇ ਨੇ ਆਪ 5 ਸ਼ਾਦੀਆਂ ਕੀਤੀਆਂ ਹੋਣ, ਉਹਨੂੰ ਕੀ ਪ੍ਰੋਬਲਮ ਹੈਗਾ? ਉਹਦੇ ਵਾਸਤੇ 27 ਸਾਲ ਦਾ ਮੁੰਡਾ ਉਹਦੀ ਅਗਰ ਧੀ ਦਾ ਹੱਥ ਮੰਗ ਲਵੇ, ਉਹਦੇ ਕੋਲ ਕੀ ਪ੍ਰੋਬਲਮ? ਤੂੰ ਤੇ ਮੰਗਿਆ ਹੀ ਨਹੀਂ ਨਾ। ਹਾਂਜੀ। ਸਿੱਧਾ ਹੀ ਕਤਲ ਕਿਵੇਂ ਸੋਚਿਆ? ਸਰ ਦੱਸਿਆ ਉਹਦੀ ਬੀਵੀ ਨੇ ਘਰ ਬੁਲਾ ਕੇ ਮੈਨੂੰ ਆਖਿਆ ਹੈ, ਉਹਨੇ ਮੈਨੂੰ ਆਖ ਕੇ ਇਹ ਸਾਰਾ ਕੁਝ ਕਰਵਾਇਆ। ਹਾਂ ਤੇ ਤੂੰ ਮਾਸੂਮ ਆਦਮੀ ਹੈ, ਤੂੰ ਕਰਦਾ ਰਿਹਾ। ਮੈਂ ਗੁਨਾਹਗਾਰ ਹਾਂ। ਹੁਣ ਮੈਂ ਮਾਸੂਮ ਕਿਉਂ? ਹੁਣ ਤਾਂ ਮੈਂ ਗੁਨਾਹ ਕਰ ਲਿਆ, ਮੈਂ ਗੁਨਾਹਗਾਰ। ਗੁਨਾਹਗਾਰ ਹੈ। ਓਏ ਕੋਈ ਖੌਫ ਆਇਆ ਹੋਵੇ, ਘਬਰਾਇਆ ਹੋਵੇ ਜਿਸ ਟਾਈਮ ਕਤਲ ਕਰ ਰਿਹਾ ਸੀ? ਆਇਆ ਕਿ ਨਹੀਂ? ਜਵਾਬ ਦੇਣਾ ਜੀ ਆਇਆ, ਬਹੁਤ ਜ਼ਿਆਦਾ। ਕਦੋਂ ਆਇਆ? ਜਦੋਂ ਕਰ ਰਹੇ ਸੀ। ਕਰ ਰਿਹਾ ਸੀ? ਤੂੰ ਤੇ ਆਰਾਮ ਨਾਲ ਲੈ ਕੇ ਨਿਕਲ ਗਿਆ। ਕਿਹੜਾ ਖੌਫ ਆਇਆ ਤੈਨੂੰ? ਹਾਈਏ ਆਇਆ ਕੋਈ ਅਹਿਸਾਸ ਹੋਇਆ ਕਿ ਕੀ ਕਰਦਾ ਬਹੁਤ ਤੂੰ? ਜ਼ਿਆਦਾ ਅਹਿਸਾਸ ਹੋਇਆ ਜੀ, ਬਹੁਤ ਜ਼ਿਆਦਾ ਗਲਤ ਕੀਤਾ। ਕੀ ਗਲਤ ਕੀਤਾ? ਉਹਨੂੰ ਮਾਰਨ ਵਾਲਾ ਗੁਨਾਹ ਕਰ ਲਿਆ ਜੀ, ਬਹੁਤ ਵੱਡਾ ਗੁਨਾਹ ਕਰ ਲਿਆ। ਅਹਿਸਾਸ ਹੋ ਰਿਹਾ ਕਿੰਨਾ ਵੱਡਾ ਗੁਨਾਹ ਕਰ ਲਿਆ? ਬਹੁਤ ਵੱਡਾ ਗੁਨਾਹ ਕਰ ਲਿਆ। ਕੀ ਸਜ਼ਾ ਹੈ ਇਸ ਗੁਨਾਹ ਦੀ? ਜਿਹੜੀ ਵੀ ਹੋਏਗੀ ਘੱਟ ਹੀ ਹੋਏਗੀ ਜੀ। ਘੱਟ ਹੀ ਹੋਏਗੀ। ਹੁਣ ਤੇ ਇੰਨੇ ਦੇਰ ਤੋਂ ਹਵਾਲਾਤ ਚ ਰਹਿ ਰਹੇ ਆ, ਹਾਈਏ ਤੇ ਨਹੀਂ ਪਤਾ ਲੱਗਿਆ ਇਹਦਾ ਜੁਰਮ ਦਾ ਕੀ ਇਹਦੀ ਸਜ਼ਾ ਹੈਗੀ ਹੈ ਕਾਨੂੰਨੀ ਤੌਰ ਤੇ? ਲੋਕਾਂ ਨੇ ਨਹੀਂ ਦੱਸਿਆ ਤੈਨੂੰ? ਕਿਸੇ ਨੇ ਮਿਲਣ ਆਇਆ ਕੋਈ ਤੈਨੂੰ? ਨਹੀਂ ਜੀ। ਤੇਰੇ ਘਰ ਤੋਂ? ਨਹੀਂ, ਬੀਵੀ ਕਿੱਥੇ? ਘਰ ਹੀ ਜੀ। ਉਹਨੂੰ ਵੀ ਪਤਾ ਲੱਗ ਗਿਆ ਹੋਏਗਾ ਸ਼ਾਦੀ ਵਾਸਤੇ ਮੇਰੇ ਸ਼ੌਹਰ ਨੇ ਕੀ ਕੀਤਾ, ਮਜ਼ਾਜੀ ਖੁਦਾ ਨੇ, ਹੈ ਜੀ ਜ਼ਹਰਬਾਦ। ਤੇ ਉਹ ਚੰਗੀ ਨਹੀਂ ਲੱਗਦੀ ਸੀ ਜਿਹੜੀ ਪਹਿਲੇ 3 ਸਾਲ ਤੋਂ ਜਦੋਂ ਨੇ ਸ਼ਾਦੀ ਹੋਈ ਸੀ? ਚੰਗੀ ਸੀ। ਤੇ ਫਿਰ ਦੂਸਰੀ ਸ਼ਾਦੀ ਦੀ ਖੁਆਇਸ਼ ਕਿਉਂ ਆਈ? ਸਭ ਕੁਝ ਚੰਗਾ ਸੀ ਤੇ ਇਹ ਕਿਉਂ ਹੋ ਰਿਹਾ ਸੀ? ਇਹ ਗੱਲਾਂ ਦੱਸਣੀਆਂ ਤੂੰ। ਸਰ ਜੋ ਅਗਰ ਉਹ ਵੀ ਠੀਕ ਸੀ, ਉਹ ਵੀ ਤੇਰੇ ਨਾਲ ਕੋਈ ਬਦਤਮੀਜ਼ੀ ਨਹੀਂ ਕਰਦਾ ਸੀ, ਤੇਰੇ ਨਾਲ ਅਮਾਨਤਦਾਰੀ ਦੇ ਨਾਲ ਬਿਜ਼ਨਸ ਕਰ ਰਿਹਾ ਸੀ, ਉਹਨੂੰ ਕਤਲ ਕਰਤਾ, ਉਹ ਵੀ ਗਲਤ ਕੀਤਾ। ਉਹ ਵੀ ਕਿਉਂ ਕੀਤਾ ਹੈ ਤੇਰੇ ਕੋਲ ਮੈਂ ਪੁੱਛ ਰਿਹਾ, ਨਹੀਂ ਦੱਸ ਰਿਹਾ। ਬੀਵੀ ਵੀ ਠੀਕ ਸੀ ਤੇ ਫਿਰ ਦੂਸਰੀ ਸ਼ਾਦੀ ਵਾਸਤੇ ਉਸ ਬੀਵੀ ਨੂੰ ਵੀ ਅਜ਼ਾਬ ਚ ਪਾਤਾ, ਕਿਉਂ ਕੀਤਾ ਜੀ? ਸਰ ਬਹੁਤ ਵੱਡਾ ਗੁਨਾਹ ਹੋ ਗਿਆ। ਆਪਣੀ ਜ਼ਿੰਦਗੀ ਤੇ ਬਰਬਾਦ ਕੀਤੀ, ਨਾਲ ਮੈਂ ਉਹਨਾਂ ਦੀ ਵੀ ਕਰ ਦਿੱਤੀ ਹੈ। ਬਰਬਾਦ ਕਰਤੀ ਹੈ ਜ਼ਿੰਦਗੀ ਹੋ ਗਈ ਸਰ। ਤੇ ਠੀਕ ਸੀ ਜਦੋਂ, ਤੇ ਕਿਸ ਵਾਸਤੇ ਦੂਸਰੀ ਸ਼ਾਦੀ ਦੀ ਖੁਆਇਸ਼ ਕਰ ਰਿਹਾ ਸੀ? ਅਗਰ ਤੈਨੂੰ ਤੰਗ ਨਹੀਂ ਕਰਦੀ ਸੀ, ਅਗਰ ਬਦਤਮੀਜ਼ੀ ਕਰਦੀ ਸੀ, ਉਹਨੂੰ ਛੱਡ ਦੇਣਾ ਸੀ। ਕੁੜੀ ਔਰਤ ਨੂੰ ਛੱਡ ਦੇਈਦਾ ਹੁੰਦਾ, ਮਤਲਬ ਬੰਦਾ ਦੇ ਛੱਡ ਸਕਦਾ ਉਹਨੂੰ, ਅਗਲੀ ਸ਼ਾਦੀ ਕਰ ਸਕਦਾ। ਨਹੀਂ ਐਸਾ ਕੁਛ ਵੀ ਨਹੀਂ ਸੀ। ਤੇ ਸਭ ਕੁਝ ਹਵਸ ਦੇ ਚੱਕਰ ਚ ਕੀਤਾ? ਬਸ ਹੋ ਗਿਆ ਸਰ। ਹੋ ਗਿਆ? ਜਾਦੂ ਹੋ ਗਿਆ ਸੀ ਤੇਰੇ ਤੇ? ਨਹੀਂ ਸਰ, ਕੋਈ ਜਾਦੂ ਨਹੀਂ ਹੈ। ਕੋਈ ਜਾਦੂ ਨਹੀਂ, ਆਪ ਹੀ ਜਾਦੂਗਰ ਹੈ। ਆਪ ਹੀ ਜਾਦੂਗਰ। ਪਹਿਲੇ ਵੀ ਬੰਦੇ ਮਾਰਦਾ ਰਿਹਾ ਇੰਜ? ਨਹੀਂ ਸਰ। ਹਾਂ ਕੀ ਨਹੀਂ ਸਰ, ਬੋਲਣਾ ਸਰ ਜੇ ਕੋਈ ਪਹਿਲਾਂ ਮਰਿਆ ਤੇ ਪਾ ਦਿਓ, ਪੁੱਛ ਲਓ ਇਹਨਾਂ ਕੋਲੋਂ, ਕੋਈ ਹੈਗਾ ਤੇ ਪਾ ਦਿਓ ਵੀ। ਜਿਹੜਾ ਗੁਨਾਹ ਸਰ ਮੇਰਾ ਹੈਗਾ ਮੈਂ ਕਬੂਲ ਕਰ ਲਿਆ। ਅੱਛਾ, ਇਹ ਕੁਛ ਮੇਰੇ ਕੋਲ ਹੋਇਆ ਜੇ ਮੈਂ ਕਬੂਲ ਕਰ ਲਿਆ। ਕਬੂਲ ਕਰ ਲਿਆ, ਫਖਰ ਹੈ ਇਹਦੇ ਤੇ? ਸ਼ਰਮਿੰਦਗੀ ਹੈ ਢੇਰ ਸਾਰੀ ਸਰ। ਹੁਣ ਪਤਾ ਨਹੀਂ ਤੁਸੀਂ ਕੀ ਚਾਹੁੰਦੇ ਜੀ? ਸਜ਼ਾਏ ਮੌਤ ਹੁੰਦੀ ਹੈ ਇਹਦੀ ਜੀ ਸਜ਼ਾ? ਠੀਕ ਹੈ ਸਰ। ਪਤਾ ਤੈਨੂੰ ਕਿਹੜੀ ਹੋਣੀ ਚਾਹੀਦੀ ਸਜ਼ਾ? ਹੋਣੀ ਚਾਹੀਦੀ ਹੈ ਜੀ, ਮਾਰ ਦੇਣਾ ਚਾਹੀਦਾ ਮੈਨੂੰ। ਇਹ ਜ਼ਲਾਲਤ ਨਾਲ ਮੈਨੂੰ ਮਰਨਾ ਚਾਹੀਦਾ ਬਿਹਤਰ। ਤੇ ਕੰਮ ਹੀ ਇਹੋ ਜਿਹਾ ਜ਼ਲਾਲਤ ਵਾਲਾ ਕੀਤਾ ਕਿ ਅੱਛਾ ਕੰਮ ਕੀਤਾ ਹੈ ਤੁਹਾਡੇ ਵਾਸਤੇ, ਕੋਈ ਇਸਤਕਬਾਲ ਕੀਤਾ ਜਾਵੇ ਤੁਹਾਡਾ ਹਾਰ ਪਾ ਕੇ? ਬਹੁਤ ਬੜਾ ਗੁਨਾਹ ਕੀਤਾ। ਬਹੁਤ ਬੜਾ ਗੁਨਾਹ ਕੀਤਾ ਤੇ ਉਹਦੇ ਪਿੱਛੇ ਕੋਈ ਵਜ੍ਹਾ ਵੀ ਨਹੀਂ ਇਹੋ ਜਿਹੀ ਕਿ
ਕਿਉਂ ਕੀਤਾ ਹੈ ਨਾ, ਕੋਈ ਹੁੰਦੀ ਹੈ ਨਾ ਰੀਜ਼ਨ ਹੁੰਦੀ ਹੈ ਕੋਈ ਵਜ੍ਹਾ ਕਿ ਸਰ ਹੋ ਜਿਹੜੀ- ਗਿਆ, ਸਾਰੇ ਦਰਵਾਜ਼ੇ ਬੰਦ ਹੋ ਗਏ ਸੀ, ਇਨਸਾਫ ਨਹੀਂ ਮਿਲ ਰਿਹਾ ਸੀ ਤੇ ਮੈਂ ਕਤਲ ਕਰਤਾ, ਤੇ ਤੂੰ ਆਪਣੀ ਅਯਾਸ਼ੀਆਂ ਦੇ ਚੱਕਰ ਦੇ ਵਿੱਚ ਇੱਕ ਬੰਦਾ ਮਾਰਤਾ। ਉਹ ਤੇਰੇ ਨਾਲ ਵੀ ਠੀਕ ਸੀ, ਬਿਲਕੁਲ ਠੀਕ ਜ਼ਿੰਦਗੀ ਚੱਲ ਰਹੀ ਸੀ। ਹਾਂਜੀ। ਤੇਰੀ ਤਰ੍ਹਾਂ ਦੇ ਹੋਰ ਵੀ ਹੈਗੇ ਨੇ ਅੱਛਾ। ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਵੜ ਜਾਂਦੇ ਨੇ, ਅੰਮੀ ਵੀ ਬਣਾ ਲੈਂਦੇ ਨੇ ਰਿਸ਼ਤਾ ਵੀ ਲੈਣ ਵਾਸਤੇ। ਉਹਨਾਂ ਨੂੰ ਵਾਸਤੇ ਕੀ ਪੈਗਾਮ ਹੈਗਾ ਉਹ ਦੇ ਜ਼ਰਾ, ਉਹਨਾਂ ਦੇ ਪੈਗਾਮ ਦੇ। ਅਗਰ ਤੈਨੂੰ ਲੱਗ ਰਿਹਾ ਹੈ, ਅਗਰ ਵਾਕਈ ਤੂੰ ਸ਼ਰਮਿੰਦਾ ਹੈ, ਤੇ ਅੱਗੇ ਕੋਈ ਇਹੋ ਜਿਹੇ ਦਲਦਲ ਚ ਨਾ ਫਸੇ ਹੋਣ ਵਾਸਤੇ ਕੋਈ ਮੈਸੇਜ ਦੇ। ਕਤਲ ਕਦੀ ਛੁਪਦਾ ਨਹੀਂ ਜੀ, ਲਿਹਾਜ਼ਾ ਇਸ ਜੁਰਮ ਤੋਂ ਬਚੋ। ਅੰਮੀ ਉਮੀ ਬਣਾਓ ਲੋਕਾਂ ਦੇ। ਅੰਮੀ ਦੀ ਗੱਲ ਮੰਨਣੀ ਹੈ ਕਿ ਨਹੀਂ ਮੰਨਣੀ? ਔਰਤ ਦੇ ਕਹਿਣ ਦੇ ਉੱਤੇ ਕੁਝ ਕਰਨਾ ਹੈ ਜਾਂ ਨਹੀਂ ਕਰਨਾ, ਉਹ ਵੀ ਦੱਸੋ। ਸਰ ਤੁਸੀਂ ਬਿਹਤਰ ਉਹਨਾਂ ਨੂੰ ਦੱਸ ਸਕਦੇ ਜੀ। ਤੁਸੀਂ ਨਹੀਂ ਕੁਛ ਹਜੇ ਤੱਕ ਅੰਜਾਮ ਇਹਦਾ ਭੁਗਤ ਕੇ ਹਜੇ ਤੱਕ ਸਮਝ ਨਹੀਂ ਆਈ ਤੁਹਾਨੂੰ? ਈਜ਼ੀ ਹੈ। ਹੁਣ ਉਹਦੀ ਧੀ ਨਾਲ ਸ਼ਾਦੀ ਕਰੇਗਾ? ਕਦੀ ਨਹੀਂ ਜੀ। ਕਿਉਂ ਹੋ ਨਹੀਂ ਸਕਦਾ। ਹੋ ਨਹੀਂ ਸਕਦਾ? ਮੇਰੀ ਜ਼ਿੰਦਗੀ ਤੇ ਹੁਣ ਜੇਲ੍ਹ 'ਚ ਗਲੇਗੀ ਨਾ, ਤੇ ਸ਼ਾਦੀ ਕਾਂਦੀ ਨਹੀਂ ਹੋ ਸਕਦਾ ਹੈ ਨਾ, ਤੁਹਾਨੂੰ ਕੋਈ ਉਮੀਦ ਦਵਾਈ ਹੋਏ। ਉਹ ਜਦੋਂ ਕਤਲ ਦੀ ਪਲੈਨਿੰਗ ਕਰ ਰਹੇ ਸੀ ਉਦੋਂ ਫੜੇ ਜਾਣ ਦਾ ਤਾਸੁਰ ਆਪਸ 'ਚ ਡਿਸਕਸ ਨਹੀਂ ਕੀਤਾ? ਪਲੈਨਿੰਗ ਤੇ ਕਰਦੇ ਜਦੋਂ ਕਾਤਲ, ਤੇ ਫੜੇ ਜਾਣ ਦੇ ਵਾਲੇ ਨਾਲ ਉਹਨਾਂ ਨੇ ਕਿਹਾ ਹੋਏਗਾ ਮੈਂ ਮੁਦਈ ਬਣ ਜਾਵਾਂਗੀ, ਤੈਨੂੰ ਛੁਡਾ ਲਾਂਗੀ, ਇਹੋ ਜਿਹੀ ਗੱਲਾਂ ਨਹੀਂ ਹੋਈਆਂ? ਨਹੀਂ, ਐਸੀ ਕੋਈ ਗੱਲ ਨਹੀਂ ਸੀ। ਕਿਉਂ? ਜ਼ੇਨ ਵਿੱਚ ਨਹੀਂ ਸੀਗਾ ਕਿ ਅਸੀਂ ਫੜੇ ਜਾਵਾਂਗੇ। ਅੱਛਾ, ਕਿਸ਼ਤਾਂ ਤੇ ਕੰਮ ਕਰਨਾ ਹੈ, ਕਾਰੋਬਾਰ ਕਰਨਾ ਹੈ, ਪਹਿਲੇ ਕਮੇਟੀਆਂ, ਸਮਝਦਾਰ ਆਦਮੀ ਹੈ, 3 ਸਾਲ ਤੋਂ ਸ਼ਾਦੀ ਵੀ ਹੋਈ ਹੈ, ਫੜੇ ਨਹੀਂ ਜਾਂਦਾ ਹੈਗਾ ਸੀ ਕਿ ਫੜੇ ਜਾਵਾਂਗੇ? ਨਹੀਂ ਸੀ। ਕਦੀ ਨਹੀਂ ਸੁਣਿਆ ਕਿ ਕਾਤਲ ਫੜਿਆ ਗਿਆ? ਕੋਈ ਇਹੋ ਜਿਹਾ ਵਕੂਆ ਜ਼ੇਨ ਚ ਸੀ ਜਿਹਦੇ ਵਿੱਚ ਕਾਤਲ ਨਾ ਫੜਿਆ ਗਿਆ ਹੋਵੇ? ਨਹੀਂ, ਐਸਾ ਕੋਈ ਨਹੀਂ ਸੀ। ਤੇ ਫਿਰ ਤੈਨੂੰ ਕਿੰਜ ਯਕੀਨ ਸੀ ਤੁਸੀਂ ਨਹੀਂ ਫੜੇ ਜਾਓਗੇ? ਬਸ ਸਰ, ਹੈ ਬਸ ਸੋਚਿਆ ਹੀ ਨਹੀਂ ਸੀ ਕਿ ਫੜੇ ਜਾਵਾਂਗੇ। ਲਾਸ਼ ਲੂਸ਼ ਠਿਕਾਣੇ ਲਾਉਣ ਦਾ ਨਹੀਂ ਸੋਚਿਆ ਸੀ? ਉੱਥੇ ਹੀ ਰੱਖਣੀ ਸੀ? ਨਹੀਂ, ਕੋਈ ਐਸੀ ਗੱਲ ਨਹੀਂ। ਵਕੂਆ ਕੀ ਬਣਾਉਣਾ ਸੀ ਕਿ ਕੋਈ ਮਰ ਗਿਆ ਆ ਕੇ ਉਹਨੂੰ? ਹਾਂਜੀ। ਕੋਈ ਡਕੈਤੀ ਡਕੂਤੀ ਦਾ ਰੰਗ ਦਿੱਤਾ? ਨਹੀਂ, ਵੈਸੇ ਹੀ ਮਤਲਬ ਕਿ ਕੋਈ ਆਇਆ ਤਾਂ ਮਾਰ ਕੇ ਚਲਾ ਗਿਆ। ਉਹਦੀ ਕਿਸੇ ਨਾਲ ਦੁਸ਼ਮਣੀ ਸੀ? ਨਹੀਂ, ਮਤਲਬ ਕਿ ਕਿਸ਼ਤਾਂ ਦੇ ਲੈਣ ਦੇਣ ਦੇ ਮਾਮਲਾ 'ਚ ਕਿਸੇ ਨਾਲ ਕੋਈ ਮਾੜੀ ਚੰਗੀ ਊਂਚ ਨੀਚ ਇਹ ਕੁਛ ਹੀ ਸੀ। ਇਹ ਵਕੂਆ ਬਣਾਉਣਾ ਸੀ? ਪਹਿਲੇ ਅੱਲਾ ਦੀ ਜ਼ਾਤ ਦੇ ਸਾਹਮਣੇ ਪੇਸ਼ ਹੋਵਾਂਗਾ ਜੀ, ਫਿਰ ਸਾਰਿਆਂ ਸਾਹਮਣੇ ਕਰਾਂਗਾ। ਅੱਲਾ ਦੀ ਜ਼ਾਤ ਦੇ ਸਾਹਮਣੇ ਪੇਸ਼ ਹੋ ਕੇ ਕੀ ਕਹੇਗਾ? ਮਾਫੀ ਮੰਗੇਗਾ? ਲੋ, ਮਾਫੀ ਮੰਗਣਾ ਤੇ ਇਖਤਿਆਰ ਹੈ ਸਭ ਦਾ, ਮੰਗਣੀ ਚਾਹੀਦੀ ਹੈ, ਮਿਹਰਬਾਨੀ। ਲੇਕਿਨ ਇਹਦੇ ਪਿੱਛੇ ਕੋਈ ਖਾਸ ਵਜ੍ਹਾ नहीं सी, बस उन्हें मार देता है। जो होगा सी सर में दस देता है। नाजरीन, आपने सुना कि इसने महज एक लालच की खातिर, वो भी उसकी बेटी के साथ शादी करने के चक्कर में उसकी बीवी के साथ मिलकर उसे बेदर्दी के साथ मौत के घाट उतार दिया। इसके पीछे मजीद हकायक है क्या, वो भी आपको बताते हैं। डॉक्टर के पास क्यों लेके गए? डॉक्टर के पास इसलिए लेके गए कि उसकी तबीयत ख़राब थी और वो अब तो वो जाग गया था, तो वो जैसे किसी को चक्कर देने के लिए भी नहीं आ रहा, हम तो तुम ठीक नहीं हो, तो हम तुम्हें डॉक्टर के पास लेके जाते हैं। डॉक्टर से चक्कर लगवाने के बाद फिर उसे एक और डोज दी, और गोलियां खिलाई, और डोज दी कि ये देखो हम डॉक्टर से मेडिसिन लाए हैं तो ये तुम्हें खिलानी है, तुम ठीक हो जाओगे। वो डोज के बाद फिर वो बेहोश हो गया। बेहोश हुआ? फिर इन्होंने रस्सी से बांधा। अच्छा, वो रस्सी भी मिल चुकी, दोनों ने मिलके? दोनों ने मिलके बांधा। सही, ठीक है। बांधने के बाद जो है ना, वो जो औरत है शादिया, फिर वो चली गई है बाकी उसके घर। अच्छा, ये काम फिर इसने पीछे से जो है ना वो खुद ही किया। ये गुलाम रजा ने की है? हाँ, अच्छा, लेकिन वो हमें बयान में तो कहता है कि हम दोनों वहाँ पे मौजूद थे और औरत ने ही उससे कत्ल किया, शाजिया नहीं। वो कोई भी बंदा होता है, फिर वो अपना जुर्म को कम करने के लिए जुर्म साथ मिलाता है कि मुझसे बर्डन कम हो जाएगा। ठीक है, ये उसने ही छुड़ाया। अच्छा, बांध के चली गई है वो, फिर गुलाम रजा आ गया? फिर गुलाम रजा, उसने नशावर गोलियां खिलाई, साथ उसके बांधी, साथ उसमें सारी शरीक है, बचना तो उसने भी नहीं। लेकिन वो करैक्टराइज जितना जितना है इनका वो उसी तरह है। फिर इसने उसका गला काटा, शारक काटी। ठीक है, शारक काटने के बाद ये भी चला गया। इसने नहाया, कपड़े धोए, वो अपना आला कत्ल जो था वो छुपाया। सही। और ये भी चला गया, जाके इसने अपने घर में नहाया, नहा के फौरी से कपड़े बदले। वो सीसीटीवी फुटेज में हमें नजर आया कि ये पहले गुजरा, मूवमेंट हो रही है, तो ये जा रहा है, कपड़े डिफरेंट हैं,
दोबारा आ रहा है, फिर कपड़े डिफरेंट। कपड़े डिफरेंट है। सही। चीज़ें जो है ना वो इसे मुल्ज़म बनाती गई, लेकिन जब अल्हम्दुलिल्लाह ये पकड़ा गया, अल्लाह कत्ल बरामद हो गया, फिर इसने सारा कन्फेस कर लिया, तो फिर उसमें गुंजाइश खत्म हो गई। सही। फिर हमने उसको भी गिरफ्तार कर लिया, वो शाजिया को भी इसके बाद हमने फिर शाजिया को अच्छा पहले इसी को गिरफ्तार किया। नाजरीन, इस वक्त हमारे साथ मौजूद हैं SHO थाना भिक्की जमशेद इकबाल साहब। उन्हीं की जुबानी जानते हैं कि एक बीवी ने अपने ही शौहर को किस तरह से एक साथी की मदद से कत्ल किया। बहुत शुक्रिया जमशेद साहब, वक्त दिया जनाब। बड़ा ही अफसोसनाक वाक़या है और ये बढ़ता चला जा रहा है, और एक बीवी ने अपने शौहर को उसके पार्टनर के साथ मिलकर मौत के घाट उतार दिया। पहले तो आशना के साथ मिलकर ये वारदातें होती थी, ये पार्टनर है, आशना है, ये कैसे आपने इस केस के तफ्तीश का आगाज़ किया और बिलाखिर कैसे मुल्ज़मान तक पहुँचे, आगाह कीजिएगा। जी बहुत शुक्रिया। ये मैं थाना में मौजूद था, तकरीबन 4 बजे का टाइम था। सही। 15 की कॉल मसूल होती है, जिसमें कहते हैं कि राना बिलाल नामी जो एक ताजर कह सकते हैं आप उसको, अच्छा, वो ताजर ही था, उसकी डेड बॉडी मिलती है एक कमरा में, उसकी गर्दन कटी हुई है, ये शाहराग उसकी कटी हुई है। अच्छा, और अपने घर में? अपने ही घर में खून में लथपथ वो पड़ा हुआ है। ठीक है। 15 की इतला पे मैं और मुश्ताक ऐसा ही हम जाते हैं अपनी नफरी के साथ। सही। जाके हम देखते हैं, मौका मुलाजा करते हैं, वहाँ पर हम PFSA की टीमें बुलाते हैं, सही। क्राइम सीन की टीमें बुलाते हैं, तो बड़ा डीपली देखते हैं कि ये घर में अकेला कैसे था। उसकी जो वाइफ है उससे सवाल किया कि आप किधर थी, उसने कहा जी ये जो गुलाम रजा है उन्होंने बेटा बनाया हुआ था। सही। इसका कारोबारी पार्टनर था, इन्होंने एक किस्तों की दुकान बनाई हुई थी। ठीक है, जो उसका बिजनेस था, मकतूल का। हाँ ठीक है जी, वो उनके घर गई हुई थी अपने बच्चों को लेके। और यहाँ मैं वजाहत करता चलूँ, जो शाजिया बीबी इसकी बीवी है वो बच्चों की माँ नहीं थी, बच्चे इसकी पिछली बीवी से थे जो फौत हो चुकी। अच्छा, फौत हो चुकी थी। यस, ये इसने उसके बाद किया। 10-12 साल इसकी रफाकतदारी शाकत में भी उसके गुजर गए। अच्छा, बच्चे पिछली बीवी से थे, पिछली बीवी से उनको थे। साथ और भी शादियां की कोई? तकरीबन ये चौथी शादी थी, इसकी तीसरी चौथी। अच्छा, किसी को छोड़ दिया, कोई फौत हो गई। ठीक है। अच्छा, वहाँ तफ्तीश को हमने आगे लेके चले। सवाल जो अभी कर रहे हैं, अभी सवाल जवाब कर रहे थे उनसे। शाजिया से मैंने पूछा कि आप किधर थी, उसने कहा जी मैं ये गुलाम रजा के घर में गई हुई थी, हमने इसे बेटा बनाया हुआ है, तो हम इसके घर में गए हुए थे, तो जो है ना मकतूल राना बिलाल, उसकी तबीयत ठीक नहीं थी, वो सो रहा था, तो हमें नहीं पता ये कौन कर गया। हमने कहा ठीक है, हमने वो एविडेंस ली, सारी कलेक्शन की, टाइमिंग का हिसाब देखा, उनके बयान वहाँ लिए कि कौन उस वक्त कहाँ था, और उनकी सारी डिटेल हमने लिख ली, मोबाइल नंबर सारे लिख लिए। उसके बाद वो है तो एक लोकल सा महल्ला था, लेकिन अल्हम्दुलिल्लाह में 2-4 CCTV फुटेज अच्छी मिल गई जहाँ पर लोगों की मूवमेंट थी। अच्छा, सही। मुल्ज़म की मूवमेंट थी। अच्छा, मुल्ज़मान की दूरी थी, लेकिन मुल्ज़मान की मूवमेंट वहाँ से हमें नजर आई कि ये उस टाइम यहाँ मूव कर रहे हैं। सही। आ जा रहे हैं। फिर उसके बाद इनके डाटे लिए, टेक्निकली भी सारी चीज़ें देखी। ये कौन सा इलाका है? ये भिक्की है, भिक्की का लोकल इलाका है, महल्ला है भिक्की का, एक पुरानी भिक्की से कहते हैं, जैसे वो कस्बों में एक पुरानी आबादी होती है। सही है। छोटी तंग गलियों वाली। ठीक, तंग गलियों वाली आबादी थी, वहाँ पर इतना मतलब कोई बाजार नहीं थे, रश नहीं थे, बहुत कम लोगों का आना जाना था। सही। तो इसलिए फिर हमने वो जब तहकीक की, फिर हमने ये एक और एंड पे देखा, एक और एंगल पे देखा कि इसका बेनिफिशरी कौन है, कि फायदा किससे हो सकता है। बेनिफिशरी भी यही लोग थे, ये गुलाम रजा और वो जो और शाजिया थी। मौके पर जब आप शाजिया से पूछगिछ कर रहे थे तो गुलाम रजा भी मौजूद था वहाँ पे? गुलाम रजा मौजूद था। अच्छा, बिल्कुल मौजूद था, और बड़ी दाढ़े मार कर रो रहा था। अच्छा, कि मेरा तो ये मतलब बाप था, मेरे इसने बेटा बनाया हुआ था, मेरा कारोबारी ये पार्टनर था, बड़ा जुल्म हो गया, बड़ी ज्यादती हो गई। जब शवाहिद इकट्ठे कर लिए फिर इन्हें गिरफ्त में लिया, फिर शवाहिद इकट्ठे कर लिए, हमने अपना होमवर्क कर लिया। तो हमारा शक सीधा जो है ना गुलाम रजा पे गया। अच्छा, ठीक है, हमने गुलाम रजा को शामिल तफ्तीश कर लिया। शामिल तफ्तीश करके गुलाम रजा से पूछा कि आप उस वक्त कहाँ थे जब कहाँ आपको ये इतला मिली। सही। तो उसने कहा जी मैं घर था, ये शाजिया भी मेरे घर आई हुई थी,
ठीक है, बच्चे भी बच्चों को लेके बच्चे भी सारे इधर थे। सही। हम तो यहाँ से सुन के गए हैं कि छोटा बच्चा, उसका जो छोटा बेटा था मदरसे से पढ़ के आया, उसने घर में आन के देखा है, ऊपर से छत से आया वो, उसने देखा कि वालद जो है वो तो खून में लथपथ पड़ा है, तो वो भाग के हमारे घर आया, तो फिर हमें पता चला, इससे पहले तो हमें पता ही नहीं। अच्छा, लेकिन ये बयान दिया है। CCTV फुटेज और जो थे डाटे वो उसमें अल्हम्दुलिल्लाह हमने उसे ट्रैक कर लिया। अच्छा, गुलाम रजा ने फौरी तौर पे मान गया या मतलब क्या बयान? फौरी तौर पे नहीं माना। देखो उसने पहले बड़ा, उसने कहा जी देखें हमारे साथ ही जाती है, हमारा ही बंदा कत्ल हुआ है और आप हमें ही जनाब इंटेरोगेट कर रहे हैं, हमसे आप ऐसे ऐसे सवाल कर रहे हैं, ये तो बड़ी ज्यादती है, वो तो मेरा पार्टनर था, मेरा बाप था, मेरा तो उसने बेटा बनाया हुआ था, सो एंड सो। लेकिन फिर अल्हम्दुलिल्लाह हमने उसे ज़रा वो अच्छे तरीके से पूछा सारी बातें, तो वो ब्रेक हो गया। उसने बोला कि बिल्कुल गलती हुई है, मेरा कोई हल निकाल लें। ठीक है, हमने कहा कोई बात नहीं, आप बताएं सारी बात, हम आप निकाल लेंगे। तो फिर उसने वो सारी कहानी हमें सुना दी। अच्छा, वो क्या कहानी सुनाई? उसने कहानी ये सुनाई कि मेरी और शादिया के बयान, हमने बैठ के एक साजिश तैयार की, ठीक है, कि इसका खात्मा करते हैं तो इसमें हमारी भलाई है। उसमें वजह क्या थी? वजह क्या थी? हाँ। इसकी इंश्योरेंस है। अच्छा, इसकी इंश्योरेंस थी, मकतूल की इंश्योरेंस भी है। अच्छा, 1 करोड़ 2 करोड़ के लगभग, अच्छा, जो उन्होंने अब तक बताया। और उसके बाद इसकी सारी इन्वेस्टमेंट भी इसकी तरफ थी। अगर ये मर जाता है ये तो सारी चीज़ें तो अल्टीमेटली इनके पास आनी थी। इन्हीं के पास। इसमें और भी नुक्ता था कि वो शादी भी करना चाह रहा था, 5वीं बताने लगा, जो राना बिलाल था उसने आगे कोई फिर शादी का प्रोग्राम बनाया हुआ था। सही सही, ठीक है। अब इन्हें ये भी खदशा था कि अगर इसने शादी कर ली तो शादिया कहती थी मुझे मेरे तो 10-12 साल ज़ाया गया, अब ये नई शादी कर लेगा, मेरे हाथ क्या आएगा? कुछ भी ना, औलाद मेरी नहीं है, औलाद तो पहले उसकी है। अली रज़ा को उसने ये झांसा दिया कि इसकी जो एक बेटी है, मैं तुम्हारी शादी उससे करवा दूँगी। सही, उससे तुम्हारी शादी करवा दूँगी, इंश्योरेंस भी अपने घर, कारोबार भी अपने घर, हर चीज़ अपने घर। फिर उन्होंने प्लानिंग की, इन्होंने वो नशावर गोलियाँ ली, वो खाने में डाल के उसको खिलाई। शादियाँ ने खिलाई? शादियाँ ने खिलाई। ठीक है। इसकी तबीयत ख़राब हुई 1:30-2 बजे के करीब, फिर ये लोग इसे लेके हॉस्पिटल गए। अच्छा, डॉक्टर के पास लेके गए? ये डॉक्टर के पास क्यों लेके गए? डॉक्टर के पास इसलिए लेके गए कि उसकी तबीयत ख़राब थी और वो अब तो वो जाग गया था, तो वो जैसे किसी को चक्कर देने के लिए भी नहीं यार हम तो तुम ठीक नहीं हो तो हम तुम्हें डॉक्टर के पास लेके जाते हैं। डॉक्टर से चक्कर लगवाने के बाद फिर उसे एक और डोज दी, और गोलियां खिलाई, और डोज दी कि ये देखो हम डॉक्टर से मेडिसिन लाए हैं तो ये तुम्हें खिलानी है, तुम ठीक हो जाओगे। वो डोज के बाद फिर वो बेहोश हो गया। बेहोश हुआ? फिर इन्होंने रस्सी से बांधा। अच्छा, वो रस्सी भी मिल चुकी, दोनों ने मिलके बांधा। सही, ठीक है। बांधने के बाद जो है ना वो जो औरत है शादिया, फिर वो चली गई है बाकी उसके घर। अच्छा, ये काम फिर इसने पीछे से जो है ना वो खुद ही किया, ये गुलाम रजा ने की है। अच्छा, लेकिन वो हमें बयान में तो कहता है कि हम दोनों वहाँ पे मौजूद थे और औरत ने उससे कत्ल किया, शादिया नहीं। वो कोई भी बंदा होता है फिर वो अपना जुर्म को कम करने के लिए जुर्म साथ मिलाता है कि मुझसे बर्डन कम हो जाएगा। ठीक है, ये उसने ही छुड़ा जो है। अच्छा, बांध के चली गई है वो, फिर गुलाम रजा आ गया। फिर गुलाम रजा उसने नशावर गोलियां खिलाई, साथ उसके बांधी, साथ उसमें शरीक है, बचना तो उसने भी नहीं, लेकिन वो करैक्टराइज जितना है इनका वो उसी तरह। फिर इसने उसका गला काटा, शारक काटी। ठीक है, शारक काटने के बाद ये भी चला गया, इसने नहाया, कपड़े धोए, वो अपना आला कत्ल जो था वो छुपाया। सही। और ये भी चला गया, जाके इसने अपने घर में नहाया, नहा के फौरी से कपड़े बदले। वो सीसीटीवी फुटेज में हमें नजर आया कि ये पहले गुजरा, मूवमेंट हो रही है, तो ये जा रहा है, कपड़े डिफरेंट हैं, दोबारा आ रहा है, फिर कपड़े डिफरेंट हैं। सही। चीज़ें जो है ना वो इसे मुल्ज़म बनाती गई। लेकिन जब अल्हम्दुलिल्लाह ये पकड़ा गया, आला कत्ल बरामद हो गया, फिर इसने सारा कन्फेस कर लिया, तो फिर उसमें गुंजाइश खत्म हो गई। सही। फिर हमने उसको भी गिरफ्तार कर लिया, वो शादिया को इसके बाद हमने फिर शादिया को, अच्छा, पहले इसी को गिरफ्तार किया। लेकिन शादिया में पकड़े जाने के बाद अपना जुर्म कन्फेस कर लिया। उसने कहा ठीक वाकई ऐसे ही है, मुझे खदशा था कि अगर ये इसने नई शादी कर ली तो मेरे हाथ तो कुछ नहीं आएगा। बिल्कुल ऐसे ही। उसने फिर इसको उकसाया और इन्होंने मिलकर सारी ये साजिश प्लानिंग की और प्लानिंग के बाद कत्ल किया। बिल्कुल ऐसे ही। अच्छा, इनकी प्लानिंग में कत्ल करके घर में ही लाश को रखना था, बाहर कहीं पे नहीं ले जाना था? इनकी प्लानिंग ये थी कि हम तो घर पे ही नहीं हैं,
तो कत्ल का बच्चे आ गए, शोर मच गया, खुदा जाने कौन मार गया। लेकिन वहाँ आबादी जो थी वो गलियां छोटी तंग थी, वहाँ इतना मार्जिन नहीं था कि बाहर से कोई आ जाए इस तरह से चीजें करके जो है, चला लेकिन जाए वो एक्शन ही मशकूक था सारा मामला का जो है। सही। लेकिन अल्हम्दुलिल्लाह जब इनकी चीज़ें सामने आ गई तो फिर उन्होंने एविडेंस हमने दिखाई, चीज़ें दिखाई, तो उसने टाइम नहीं लिया था। अपनी तरफ से तो उन्होंने ऐसा मतलब planning की। प्लानिंग की है कि उन्होंने पुलिस की गिरफ्त में नहीं आना था। उन्होंने कहा था नाम लूम डेड बॉडी होगी, कौन मार गया है किसी को पता ही नहीं है। सही। मुद्दई उसकी बीवी ने बन जाना था। बीवी ने बन जाना था, यही प्लानिंग थी। मदई बीवी बन जाएगी, बाद में वो बयान दे देगी। बयान क्या उसको पता ही नहीं होना किसी को क्या हुआ क्या उनका यही था। लेकिन अल्हम्दुलिल्लाह वो ये सोच रहे थे, मुलजिम से बात हुई है कि उसका ये कहना था कि पकड़े जाने का तो खौफ ही नहीं थे ना उन्हें। ऐसे ही है। बिल्कुल नहीं खौफ था। वो कहते हैं कि हमारे गुमान में भी नहीं जाता, हम बड़े परेशान हैं कि आपने हमें पकड़ क्यों लिया। हम तो इस मामले में बिल्कुल बेखौफ थे, कोई हमें कोई पूछेगा, हमारा तो वो अपना था। उनको ये था हमारा तो वो अपना है, हमें कौन पूछेगा भी यार ये तुमने किया। सही है। ड्रामा किया हमारे साथ भी, आप ज्यादती कर रहे हैं, देखें हमें पकड़ रहे हैं, हमारा तो बाप था, हमारा पार्टनर था, जाहिर सी बात है। कैसा जुल्म है, देखें जी बंदा भी हमारा मरा और आप हमें ही परेशान कर रहे हैं। लेकिन वो एक टाइम लिमिट थी अल्हम्दुलिल्लाह उसमें। ये सब जो गुलाम रज़ा है वो उस मकतूल की बेटी के साथ शादी करना चाहता था। यस। और उससे ये गुफ्तगू भी की है, वो 3 साल से इसके साथ कारोबार कर रहा था, मतलब पार्टनरशिप पे। और उससे पहले उसने कमेटियां डाली हुई थी, जैसे उसकी इसके साथ वाकफियत हुई, दोस्ती में बदल गई। उसकी उम्र ज्यादा थी, इसकी 27 साल है। इसकी 3 साल कबल शादी भी हो चुकी है, फिर भी ये दूसरी शादी करने का ख्वाहिशमंद था। वैसे भी रिश्ता मांगा जा सकता था, फिर इसने कत्ल ही क्यों किया? सर देखिए, इसके कत्ल में ये जो शादिया बीबी है ना, इसका मैं समझता हूँ कि इसका मेन रोल है, मरकजी किरदार साजिश में। वो कत्ल एक्ट तो जिसके हिस्से में जो आया, जितना आया उन्होंने अपना अपना किया। लेकिन मरकजी जो जैसे कहते हैं ना मास्टरमाइंड वो है, साजिश किया, प्लान उसका है। क्योंकि उसको लग रहा था कि इसने अगर नई शादी कर ली तो मेरा तो पता साथ, मेरे तो पास पहले ही कुछ नहीं है, ना औलाद मेरी है, ना ये मकान मेरा है। अब मैं 12-14 साल इसके साथ गुजार चुकी हूँ, इसके बाद मैं कहाँ जाऊँगी। तो उसने ही गुलाम रज़ा को मोटिवेट किया कि ये जो बच्ची है मैं तुम्हारा इसके साथ रिश्ता करा दूँ। सही। वो पसंद भी करते थे दोनों एक दूसरे को, लड़का या लड़की। इनका अपने एक दूसरे के घर में आना जाना था, फ्री आना जाना था। जब इस तरह से मामला हो तो आप समझते हैं सोसाइटी में इतना टाइम होता था, वो किसी भी वक्त उनके घर जा सकता था, वो किसी रात के किसी पैर आ जाता था। ये सब जो गुलाम रज़ा है वो उस मकतूल की बेटी के साथ शादी करना चाहता था। यस। और उससे ये गुफ्तगू भी की है, वो 3 साल से इसके साथ कारोबार कर रहा था, मतलब पार्टनरशिप पे। और उससे पहले उसने कमेटियां डाली हुई थी, जैसे उसकी इसके साथ वाकफियत हुई, दोस्ती में बदल गई। उसकी उम्र ज्यादा थी, इसकी 27 साल है। इसकी 3 साल कबल शादी भी हो चुकी है, फिर भी ये दूसरी शादी करने का ख्वाहिशमंद था। वैसे भी रिश्ता मांगा जा सकता था, फिर इसने कत्ल ही क्यों किया? सर देखिए, इसके कत्ल में ये जो शादिया बीबी है ना, इसका मैं समझता हूँ कि इसका मेन रोल है, मरकजी किरदार, साजिश में। वो कत्ल एक्ट तो जिसके हिस्से में जो आया, जितना आया उन्होंने अपना अपना किया। लेकिन मरकजी जो जैसे कहते हैं ना मास्टरमाइंड वो है, साजिश किया, प्लान उसका है। क्योंकि उसको लग रहा था कि इसने अगर नई शादी कर ली तो मेरा तो पता साथ, मेरे तो पास पहले ही कुछ नहीं है, ना औलाद मेरी है, ना ये मकान मेरा है। अब मैं 12-14 साल इसके साथ गुजार चुकी हूँ, इसके बाद मैं कहाँ जाऊँगी। तो उसने ही गुलाम रज़ा को मोटिवेट किया कि ये जो बच्ची है मैं तुम्हारा इसके साथ रिश्ता करा दूँ। सही। वो पसंद भी करते थे दोनों एक दूसरे को, लड़का या लड़की। इनका अपने एक दूसरे के घर में आना जाना था, फ्री आना जाना था। जब इस तरह से मामला हो तो आप समझते हैं सोसाइटी में इतना टाइम होता था, वो किसी भी वक्त उनके घर जा सकता था, वो किसी रात के किसी पैर आ जाता था। और दिन को ये भी पता चला महल्ले में ये इकट्ठे वाक किया करते थे, ये बना दिया। और सब बाहर जाके किसी पार्क वार्क में उन्होंने सैर करनी, लोगों से कोई हिचकिचाहट नहीं। सारे मोहल्ले को, सारे बिखी को पता है कि ये इनका घर आना जाना है, जब मर्जी आए जब मर्जी जाए। सही है। अब मुद्दई इस मुकदमे का किससे बनाया फिर आपने उस वक्त? हाँ ये बात है, मुद्दई देखें इसमें फिर कन्फ्यूजन आई। जो उसके थे रिश्तेदार, उसके भाई
बहनें वो कहती थी कि मदई हमें बनाया जाए, मकतूल के भाई बहन। मकतूल के भाई। सही। लेकिन उसमें सबसे पहला जो होता है ना हक, वो ब्लड रिलेशन का। बिल्कुल ऐसे ही है। और वो जो है लड़का, वो अब तकरीबन 17-18 साल का है, आईडी कार्ड तो उसका नहीं बना, लेकिन दाढ़ी मूछ है उसकी, वो अच्छा। मतलब मामलात को समझता है। उसने जिद की, उसने कहा भाई मेरा बाप था, मैंने ही मदई बनना। अच्छा बेटा। ठीक, बिल्कुल वही कह रहा हूं, बेटा अच्छा, वो जिसका शनाख्ती कार्ड ना भी बना वो मदई बन सकता है? मदई तो बन सकता है, बन सकता है, बिल्कुल मदई बन सकता है। और वो तकरीबन बालक है, उसकी मूछ दाढ़ी है, और मतलब होश मामलात को समझता है, बड़ी अच्छी तरह समझता है, समझदार है बच्चा। फिर उसका ही हक बनता था। उस बेटे को मदई बना दी। बिल्कुल, उसको हमने मदई बनाया, और वो स्टैंड है। अच्छा, स्टैंड है, स्टैंड ले रहा है, इन्हें स्टैंड सजा लेगा। उसने बिल्कुल सारे मामलात में वो बड़ा एक्टिव है। उसको पता है यार मेरे बाप के साथ इसने ज्यादती किया, मेरे बाप का कारोबार है, और उसका चीज़ें ये सारी देखे ना, उसका पैसा लगा हुआ है, इसकी तरफ उसका इंटरेस्ट है, उसकी इंश्योरेंस की रकम मिलनी है, सारी चीज़ें। तो वो अब असल हकदार भी वही है और असल वारिस भी वही। सही। होना भी सही चाहिए। शाजिया और गुलाम रजा ने मिलकर जो कत्ल की, ये खौफनाक वारदात की, इसमें इन दोनों को क्या क्या सजा हो सकती है, ज्यादा से ज्यादा और कम से कम? देखें जी, इसमें लाइफ इम्प्रिजनमेंट भी हो सकती है, सही, इसमें सजाए मौत भी हो सकती है, इसके अलावा कैद की सजा भी हो सकती है। ऐसे शवाहिद, ऐसी चीजें आपके पास मौजूद हैं जिससे इन्हें करार वाक़ई सजा मिले? इस केस को हम इंशाल्लाह ताला बिल्कुल बड़ी अच्छी तरह से तैयार करेंगे। सारी चीज़ें, सारी एविडेंस आ गई हैं। अल्लाह कत्ल आ गया, जिससे के साथ उन्होंने वो बांधा रस्सी मिल गई। अब चीज़ें जो हैं वो यही शहादतें सारी मुकम्मल हैं। सही। डेड बॉडी मौके पे आ गई। उसके अलावा जो क्राइम सीन पे इनके फिंगर्स वगैरह लिए जा चुके हैं, उनके रिजल्ट भी तब तक आ जाएंगे, तो इंशाल्लाह ताला नाकाबिल तरदीद शहादतें होंगी, ये बिल्कुल सजा होंगी इंशाल्लाह। जमशेद साहब, ये मुआशरे में क्या हो रहा है आजकल? बहुत से ऐसे केसेस आपकी नज़र से भी गुजरते होंगे कि ख़वातीन शादी के 10-10, 12-12 साल नहीं बल्कि 26-26, 30-30 साल गुजारने के बाद भी अपने जो शौहर हैं, खावद हैं, जो मजाजी खुदा होते हैं, उन्हें कत्ल करवा देती हैं, कत्ल कर देती हैं और फिर आशना के साथ फरार हो जाती हैं। यहाँ पे तो लालच एक जायदाद की थी, हवस से एक शादी की थी, मामला थोड़ा सा डिफरेंट था, लेकिन ये हो क्या रहा है मुआशरे में? देखें जी, कोई शक नहीं है, मेरे नज़दीक तो ये सारी और सारी इस्लाम से दूरी है, दीन से दूरी है। दीन से दूरी। जब हम अपनी अकदार को छोड़ेंगे, बेराह रवी का शिकार होंगे, तो फिर इस तरह की जो है ना वो मामला है। अगर हम अपने दीन से दूर नहीं होंगे तो हमें पता है कि खामद के हुकूक क्या हैं, खामद का रुतबा क्या है, खामद का मकाम क्या है, और बीवी के क्या फ़राइज़ हैं। सही। तो फिर कतन ऐसे मामलात जो है ना वो, ये सिर्फ़ और सिर्फ हमारी दीन से दूरी है, जिसकी वजह से ये बेराह रवी का शिकार लोग हो रहे हैं। अच्छी भली जो हस्ती बस्ती ज़िंदगियाँ देखें वो उजड़ रही हैं, और सारे घर के घर बर्बाद हो जाते हैं सिर्फ इसी बात पे। शाजिया जुडिशल हो चुकी है, जेल जा चुकी है, उसका उस तरह से इंटरव्यू नहीं किया जा सका। वो अपने बयान में क्या क्या बातें बताती हैं, उससे जो आपने तफ्तीश की है वो थोड़ी सी बताइएगा। जी बिल्कुल, वो जब हम उसको बिहाइंड द सीन बात करते हैं तो बात सही बताती थी। अच्छा। लेकिन कैमरे के सामने अगर आप उसे लाएंगे या किसी के सामने बोलेंगे तो फिर कहती थी मैं नहीं मानूंगी, वो सही। मुझे तो सजा हो जाएगी इस तरह। वो क्या बात बताती है, वो बताइए। बिल्कुल यही बताती है कि वो इधर ही बात है, हर बंदा दूसरे पे डालता है। वो कहती है जी मुझे इसने जो है ना कहा फोर्स किया, इसने फोर्स किया था कि मे बी वो इसका वालिद जो है वो रिश्ते पे ना माने, क्योंकि तुम पहले तो इसने तो एक बार कोशिश भी नहीं की उसके वालिद से शादी। यही कहा ना, तुम पहले शादीशुदा हो, तो ये फिर जो है जो दूसरा सेकंड आ जाता है कि दौलत, इसको लालच दिया कि ये सारी दौलत जो है ये तो हमारी है, तेरे पास 2-3 करोड़ अगर तेरी तरफ इन्वेस्ट है तो वो सारी चीज़ें इसके पास हैं, वो सारे खाते, वो सारी किताबें, वो मकतूल की इसी के पास, पार्टनर के पास। हाँ, इस पार्टनर के पास है सारी। सही। अब देखें अगर ये एक हो जाते बाद में तो वो सारा किसी को पता ही नहीं चलना था क्या दिया क्या लिया। क्योंकि इन्होंने तो मिल के ये वो तो बच्चे हैं अभी, वो तो कोई पढ़ रहा है, कोई छोटा मोटा जो बच्चे उसके हैं वो सारे पढ़ते हैं, वो तो अभी बिजनेस को समझते नहीं है। उससे आपने ये नहीं पूछा कि इसके अलावा कोई हल नहीं था, तुम उसे रोक सकती थी शादी करने से, या बच्चे इसके पास से 13-14 साल से, अगर उनकी माँ तो फौत हो चुकी थी तो यही बच्चों की वालदा थी,
तो इसने उनके बच्चों के सर से उनके बाप का साया छीन लिया। कोई शक नहीं जी, बड़ा जुल्म किया इन्होंने, बाप का साया छीन लिया है। लेकिन इनको ये शक हो गया हुआ था कि ये जो नेक्स्ट शादी करेगा तो ये सारी चीज़ें, सारी जायदाद, सारी प्रॉपर्टी उसके नाम कर देगा। ये असल में ये मसला था। असल दोनों को ये बात खाए जा रही थी। वो औरत उधर अगर शादी कर लेती तो उन्होंने कहा मैं भी ये सारी चीज़ें उसे दे दे, तो हमारी शॉप भी गई। और उसकी जो औरत थी उसे ये था कि मेरी तो 10-12 साल की सारी जो मैंने इसकी खिदमत की है, रियाजत की है, वो तो ख़त्म हो गई, ये चीज़ें कोई और ले जाएगा। ये दोनों के मफादात वाबस्ता थे, सबसे मफादात थे दोनों के। इस पे आन के इन्होंने जो है ना वो और साजिश तैयार की कि यार क्यों ना इसका ही काम तमाम करें और हम ही इनके मज़े लें इस दौलत को। सही। ये बात है। हमारे देखने वाले नाजरीन के लिए कोई मैसेज, कोई पैगाम, ऐसे वाक़यात से किस तरह से बचा जा सकता है? ख़वातीन इतना अरसा अपने शौहर के साथ रहने के बावजूद उन्हें कत्ल कर देती हैं बेदर्दी के साथ, कैसे इन वाक़यात से बचा जा सकता है? देखिए जी, इसमें सबसे पहले तो मैंने जैसे पहले जिक्र किया है कि हमें दीन से दूरी नहीं, हमें बिल्कुल दीन के करीब होना चाहिए, नमाज पढ़नी चाहिए, एक दूसरे को इस बात की तलकीन करनी चाहिए और अपनी फैमिलीज़ को टाइम देना चाहिए। सही। अपनी फैमिलीज़ को टाइम देना चाहिए, उनकी मजबूरियाँ, उनके हालात देखने चाहिए, उनके साथ अटैच रहना चाहिए, अपने बच्चों के साथ अटैच रहना चाहिए, अपनी फैमिली के साथ अटैच रहना चाहिए, ताकि ये नाखुशगवार वाक़यात ना बनने पाएँ और अपनी फैमिली में कभी भी कोई दरवाज़ा खुला ना छोड़ें जिसमें से कोई दाखिल हो। बहुत शुक्रिया जमशेद साहब, थैंक यू वेरी मच। बड़ी बहुत शुक्रिया। नाजरीन, जमीन जायदाद की लालच इंसान की अकल पर पर्दा डाल देती है। इस केस में आपने देखा कि बीवी ने अपने शौहर के बिजनेस पार्टनर के साथ मिलकर उसे बेदर्दी के साथ मौत के घाट उतार दिया। लिहाजा अपने हमसफर के इंतखाब से पहले 100 बार सोच लें ताकि नताइज इस तरह के भयानक ना हो। अपने इर्द गिर्द होने वाले जुर्म को फौरी 15 पर रिपोर्ट कीजिए। अपने मेजबान सलमान कुरैशी को इजाजत दीजिए। अल्लाह निगहबान।